ਅਸਤੀਫਾ ਕੁਰਬਾਨੀ ਕਹੀਏ ਜਾਂ ਮਜਬੂਰੀ ਕਹਿ ਲਈਏ। ਲਗਾਤਾਰ ਸਵਾਲ ਹੋ ਰਹੇ ਕਿ 3 ਮਹੀਨੇ ਅਕਾਲੀ ਦਲ ਨੂੰ ਕਿਉਂ ਨਹੀਂ ਦੱਸਿਆ ਕਿ ਇਹ ਆਰਡੀਨੈਂਸ ਠੀਕ ਨਹੀਂ ਹੈ, ਹੁਣ ਇੱਕਦਮ ਯੂ ਟਰਨ ਕਿਉਂ ਮਾਰਿਆ ਗਿਆ। ਕਿਸਾਨਾਂ ਨੂੰ ਭਰੋਸੇ ਤੇ ਲੈ ਬਿਨਾ ਸੂਬੇ ਦੀ ਸਰਕਾਰਾਂ ਨੂੰ ਭਰੋਸੇ ਇਹੋ ਜਿਹਾ ਕੋਈ ਕਾਨੂੰਨ ਨਹੀਂ ਆਣਾ ਚਾਹੀਦਾ। ਸਾਫ਼ ਤੌਰ ਤੇ ਮੇਰੀ ਫਾਈਲ ਤੇ ਨੋਟ ਹੈ। ਪਹਿਲੀ ਵਾਰ ਉਦੋਂ ਪੜਿਆ ਪੂਰਾ ਆਰਡੀਨੈਂਸ, ਤਿੰਨੋਂ ਆਰਡੀਨੈਂਸਸ ਉਦੋਂ ਜਦੋਂ ਕਮੈਂਟਸ ਲਈ ਆਏ ਉਦੋਂ ਪੜ੍ਹ। ਤੁਹਾਡੇ ਤੇ ਤਾਂ ਇਹ ਸਵਾਲ ਉੱਠਿਆ ਕਿ ਤੁਸੀਂ ਤਾਂ ਆਪ ਐਬਸੈਂਟ ਹੋ ਗਏ ਉੱਥੋਂ। ਤੁਸੀਂ ਜੇ ਕਹਿ ਰਹੇ ਹੋ ਇੰਨੇ ਐਫਰਟਸ ਕੀਤੇ ਆ ਤਾਂ ਫਿਰ ਉੱਥੇ ਜਾ ਕੇ ਉਹਨਾਂ ਨੇ ਸੁਣਿਆ ਕਿਉਂ ਨਹੀਂ? ਜੇ ਕਿਸਾਨ ਵਿਰੋਧੀ ਹੈ ਤਾਂ ਉਹ ਕਿਸਾਨ ਦੀ ਗੱਲ ਕਿਉਂ ਨਹੀਂ ਸੁਣ ਰਹੀ? ਇਹਨਾਂ ਨੇ ਜਦ ਕਾਨੂੰਨ ਬਣਾਇਆ, ਇਹਨਾਂ ਦੇ ਜਿਹੜੇ ਅਫਸਰ ਹੋਣਗੇ ਜਾਂ ਜਿਨ੍ਹਾਂ ਨੇ ਵੀ ਬਣਾਇਆ, ਇਹਨਾਂ ਨੇ ਪੂਰੇ ਦੇਸ਼ ਨੂੰ ਦੇਖਦੇ ਹੋਏ ਬਣਾਇਆ। ਲੇਕਿਨ ਸੁਖਬੀਰ ਜੀ ਦੇ ਉੱਤੇ ਜਦੋਂ ਬਾਹਰ ਆ ਕੇ ਪਹਿਲੇ ਦਿਨ ਬਿਆਨ ਦਿੰਦੇ ਆ ਕਿ ਮੈਂ ਅਗੇਂਸਟ ਵੋਟ ਪਾਉਣਾ, ਭਗਵੰਤ ਮਾਨ ਵੀ ਮਜ਼ਾਕ ਉਡਾਉਂਦੇ ਆ, ਸੋਸ਼ਲ ਮੀਡੀਆ ਤੇ ਆਮ ਆਦਮੀ ਵੀ ਮਜ਼ਾਕ ਉਡਾਉਂਦੀ ਹੈ ਕਿ VOTING ਤਾਂ ਕਿਸੇ ਤਰ੍ਹਾਂ ਦੀ ਹੋਈ ਨਹੀਂ, ਫਿਰ ਇਹ ਵੋਟ ਪਾਈ ਕਿਹਨੂੰ ਸੁਖਬੀਰ ਜੀ ਨੇ? 6 ਸਾਲਾਂ 'ਚ ਜਿੱਥੇ ਰੋਜ਼ ਬਿੱਲ ਪਾਸ ਹੁੰਦੇ ਨੇ, ਕਿਸੇ ਅਨਾੜੀ ਨੂੰ ਵੀ ਪਤਾ ਹੋਊਗਾ ਕਿ ਬਿੱਲ ਪਾਸ ਹੋਣ ਵਾਸਤੇ ਵੋਟ ਤਾਂ ਹੁੰਦੀ ਹੈ, ਜਾਂ ਵੌਇਸ ਵੋਟ ਹੁੰਦੀ ਹੈ, ਜਾਂ ਡਿਵੀਜ਼ਨ ਹੁੰਦੀ ਹੈ। ਖਾ ਪੀ ਕੇ ਤੋਂ ਕੀ ਭਾਵ ਹੈ ਤੁਹਾਡਾ? ਤੁਸੀਂ ਕਿਹਾ ਕਿ ਖਾ ਕੇ ਤਾਂ ਹਰੇਕ ਬੰਦਾ ਹੀ ਜਾਂਦਾ। ਸ਼ਰਾਬ ਦੇ ਹਾਲਾਤ 'ਚ ਰੋਜ਼ ਉੱਥੇ ਡੱਕਿਆ ਹੋਇਆ ਪਹੁੰਚਦਾ, ਆਸ-ਪਾਸ ਬੈਠੇ ਸਾਰੇ ਬੰਦਿਆਂ ਨੇ ਕੰਪਲੇਨ ਸਪੀਕਰ ਨੂੰ ਕੀਤੀ ਹੈ। ਸਪੀਕਰ ਨੇ ਕਿੰਨੀ ਵਾਰੀ ਤਾੜਿਆ ਹੈਗਾ। ਕ੍ਰਾਸ ਪਾਰਟੀ ਕਮੇਟੀ ਨੇ ਬੈਠ ਕੇ ਪੂਰੇ ਇੱਕ ਸੈਸ਼ਨ ਵਾਸਤੇ ਇਹਨੂੰ ਬਾਹਰ ਕੀਤਾ। ਤੁਸੀਂ ਕਦੇ ਨੋਟਿਸ ਕੀਤਾ ਇਹੋ ਜਿਹਾ ਕੁਝ? ਕਿਉਂਕਿ ਆਪਣੀ ਮਾਂ ਦੀ ਸਹੁੰ ਜਿਸ ਸ਼ਖਸ ਨੇ ਖਾਧੀ ਹੈ ਉਹਦੇ ਤੇ ਭਰੋਸਾ ਤਾਂ ਕਰਨਾ ਪਊਗਾ ਕਿ ਉਹ ਨਹੀਂ ਸ਼ਰਾਬ ਪੀਂਦੇ। ਤੇ ਉਹ ਤਾਂ ਫਿਰ ਗੁਰਦੁਆਰਾ ਸਾਹਿਬ ਵੀ ਨਸ਼ੇ ਦੀ ਹਾਲਤ 'ਚ ਚਲੇਗਾ ਤੇ ਰੱਬ ਦੇ ਸਾਹਮਣੇ ਜਿਹੜਾ ਨਸ਼ੇੜੀ ਬਣ ਕੇ ਸ਼ਰਾਬੀ ਹਾਲਤ 'ਚ ਗੁਰਦੁਆਰਾ ਸਾਹਿਬ ਤੇ ਜਾ ਕੇ ਗੁਰੂ ਸਾਹਿਬ ਦੇ ਅੱਗੇ ਬਹਿ ਸਕਦਾ ਹੈ, ਤੇ ਮਾਂ ਕਿਹੜੀ ਚੀਜ਼ ਹੈ ਉਹਦੇ ਵਾਸਤੇ? ਪਾਰਲੀਮੈਂਟ ਨੂੰ ਵੀ ਮੰਦਿਰ ਕਿਹਾ ਜਾਂਦਾ ਹੈ ਕਿ ਇਹ ਸਾਡਾ ਮੰਦਿਰ ਹੈ ਦੇਸ਼ ਦਾ, ਡੈਮੋਕ੍ਰੇਸੀ ਦਾ। ਇਹ ਤਾਂ ਕਲੀਅਰ ਹੈ ਕਿ ਉਹਨਾਂ ਦਾ ਮੰਦਿਰ ਕਿਹੜੀ ਬੋਤਲ 'ਚ ਰਹਿੰਦਾ ਹੈਗਾ, ਪਾਰਲੀਮੈਂਟ 'ਚ ਰਹਿੰਦਾ ਨਹੀਂ। ਮੈਨੂੰ ਇਹੋ ਜਿਹੇ ਬੰਦੇ ਬਾਰੇ ਕਿਉਂ ਬੁਲਵਾਉਂਦੇ ਹੋ? ਇਹ ਪਾਰਟੀ ਦਾ ਫੈਸਲਾ ਸੀ ਜਾਂ ਤੁਹਾਡਾ ਨਿੱਜੀ ਫੈਸਲਾ ਸੀਗਾ ਕਿ ਤੁਸੀਂ ਅਸਤੀਫਾ ਦੇ ਦੇਣਾ? ਤੁਸੀਂ ਕਿਹਾ ਸਰਕਾਰ ਛੱਡਤੀ, ਸਰਕਾਰ ਕਿੱਥੇ ਛੱਡੀ ਹੈ? ਤੁਸੀਂ ਤਾਂ ਵਜ਼ਾਰਤ ਛੱਡੀ ਹੈ। ਸਰਕਾਰ ਦਾ ਤਾਂ ਅੱਜ ਵੀ ਹਿੱਸਾ ਹੋ ਤੁਸੀਂ। ਕਿਉਂਕਿ ਬਾਕੀ ਪਾਰਟੀਆਂ ਤਾਂ ਕਾਂਗਰਸ ਕਿਸੇ ਸੂਬੇ 'ਚ ਚਲੀ ਜਾਊਗੀ, ਆਮ ਆਦਮੀ ਦਿੱਲੀ ਚਲੀ ਜਾਓਗੇ, ਸ਼੍ਰੋਮਣੀ ਅਕਾਲੀ ਦਲ ਕਿੱਥੇ ਜਾਊਗੀ? ਉਹ ਤਾਂ ਕਹਿੰਦੇ ਟੂ ਲਿਟਲ ਟੂ ਲੇਟ, ਕੈਪਟਨ ਸਾਹਿਬ ਕਹਿੰਦੇ ਆ। ਕੈਪਟਨ ਸਾਹਿਬ ਕੀ ਕਹਿੰਦੇ ਨੇ ਕਿਨੂੰ? ਪਰ ਜਿਹੜਾ ਗੁਟਕਾ ਸਾਹਿਬ ਦੀ ਝੂਠੀ, ਜਿਹੜਾ ਰੱਬ ਦੀ ਝੂਠੀ ਸੌਖ ਸ਼ਰੇਆਮ ਬੇਸ਼ਰਮੀ ਦੇ ਨਾਲ ਖਾ ਸਕਦਾ ਹੈ ਤੇ ਕੁਰਸੀ ਦੇ ਨਾਲ ਚਿਮੜਾ ਰਹਿ ਸਕਦਾ ਹੈ, ਜਿਹੜਾ ਬੰਦਾ 84 'ਚ ਦਰਬਾਰ ਸਾਹਿਬ ਦੇ ਹਮਲੇ ਕਰਕੇ ਕਾਂਗਰਸ ਨੂੰ ਛੱਡਦਾ ਹੈ ਤੇ ਕੁਰਸੀ ਦੇ ਲਾਲਚ ਵਿੱਚ ਫੇਰ ਉਸ ਕਾਂਗਰਸ ਦੀ ਗੋਦੀ ਜਾ ਬੈਠਦਾ ਹੈ। ਘਰ ਘਰ ਨੌਕਰੀ, ਇੱਕ ਨੌਜਵਾਨ ਖੜਾ ਕਰ ਦੋ ਜਿਹਨੂੰ ਨੌਕਰੀ ਮਿਲੇ। ਪੰਜਾਬ ਨੂੰ ਕਿੱਥੇ ਲੈ ਗਏ ਨੇ? ਉਹ ਕਹਿੰਦੇ ਤੁਸੀਂ ਛੱਡ ਕੇ ਹੀ ਕੁਝ ਨਹੀਂ ਗਏ ਪਿਛਲੀ ਸਰਕਾਰ ਦੇ ਵਿੱਚ, ਤੇ ਅਸੀਂ ਕਰੀਏ ਕੀ? ਸੋ ਜਦ ਸਾਡੀ ਸਰਕਾਰ 2007 'ਚ ਆਈ ਸੀ ਤਾਂ ਖਜ਼ਾਨੇ ਨੂੰ ਤਾਂ ਉਹ ਵੀ ਲੁੱਟ ਕੇ ਚਲੇ ਗਏ ਸੀ ਕੈਪਟਨ ਸਾਹਿਬ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਅਸਤੀਫੇ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਤੇ। ਅਸਤੀਫਾ ਕੁਰਬਾਨੀ ਕਹੀਏ ਜਾਂ ਮਜਬੂਰੀ ਕਹਿ ਲਈਏ? ਫਰਜ਼, ਗਲਤ ਸ਼ਬਦ ਤੁਸੀਂ ਇਸਤੇਮਾਲ ਕੀਤੇ ਨੇ। ਨਾ ਹੀ ਇਹ ਕੁਰਬਾਨੀ ਹੈਗੀ ਤੇ ਨਾ ਹੀ ਮਜਬੂਰੀ ਤਾਂ ਜ਼ਿੰਦਗੀ 'ਚ ਰੱਬ ਕਰੇ ਕਿਸੇ ਦੀ ਨਾ ਹੋਏ। ਇਹ ਮੇਰਾ ਫਰਜ਼ ਸੀਗਾ ਉਹਨਾਂ ਆਪਣਿਆਂ ਵਾਸਤੇ ਜਿਹੜੀ ਆਪਣੀ ਆਵਾਜ਼ ਸੁਣਾਉਣ ਵਾਸਤੇ ਕਈ ਹਫ਼ਤਿਆਂ ਤੋਂ ਸੜਕਾਂ ਤੇ ਬੈਠੇ ਹੋਏ ਨੇ ਮੇਰੇ ਘਰ ਦੇ ਸਾਹਮਣੇ। ਕੱਲ ਸਾਡੇ ਕਿਸਾਨ ਭਰਾ ਨੇ ਆਪ ਦੀ ਜਾਨ ਵੀ ਗਵਾਤੀ, ਤੇ ਜੇ ਪੰਜਾਬ ਦੀ ਧੀ ਹੋਣ ਦੇ ਨਾਤੇ, ਕਿਸਾਨਾਂ ਦੀ ਭੈਣ ਹੋਣ ਦੇ ਨਾਤੇ, ਜਿਨ੍ਹਾਂ ਕਿਸਾਨਾਂ ਨੇ ਮੈਨੂੰ ਉਹ ਸੰਸਦ ਤਾਈਂ ਭੇਜਿਆ ਆਪਣੀ ਆਵਾਜ਼ ਬਣ ਕੇ, ਜੇ ਉਹ ਸਰਕਾਰ 'ਚ ਬੈਠ ਕੇ ਮੈਂ ਉਹਨਾਂ ਦੀ ਆਵਾਜ਼ ਸਰਕਾਰ ਤਾਈਂ ਜੇ ਨਹੀਂ ਪਹੁੰਚਾ ਸਕਦੀ, ਫਿਰ ਉਹ ਸਰਕਾਰ ਨੂੰ ਛੱਡ ਕੇ ਇਹਨਾਂ ਕਿਸਾਨਾਂ ਦੇ ਨਾਲ ਸੰਘਰਸ਼ ਲੜਨਾ ਤੇ ਇਸ ਲੜਾਈ ਵਿੱਚ ਮੋਢੇ ਦੇ ਨਾਲ ਮੋਢਾ ਲਗਾ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨੀ, ਇਹ ਮੇਰਾ ਫਰਜ਼ ਸੀਗਾ। ਉਸ ਫਰਜ਼ ਨੂੰ ਮੈਂ ਅਦਾ ਕੀਤਾ। ਕਿਸਾਨ ਪ੍ਰੀਤਮ ਸਿੰਘ ਦੀ ਤੁਸੀਂ ਗੱਲ ਕੀਤੀ ਹੈ, 12 ਲੱਖ ਦਾ ਉਹਦੇ ਸਿਰ ਤੇ ਕਰਜ਼ਾ ਹੈ। ਤੁਹਾਡੇ ਘਰ ਦੇ ਬਾਹਰ ਧਰਨੇ ਤੇ ਉਹ ਜ਼ਹਿਰ ਪੀ ਲੈਂਦਾ ਹੈ, ਮੌਤ ਹੋ ਜਾਂਦੀ ਹੈ। ਤੁਹਾਡੇ ਵਿਰੋਧੀ ਕਹਿੰਦੇ ਕਿ ਬਾਦਲ ਪਰਿਵਾਰ ਮਹਿਲਾ ਵਾਲਾ, ਇਹਨਾਂ ਨੂੰ ਕਿਸਾਨ ਦਾ ਦਰਦ ਦਿਸਦਾ ਨਹੀਂ। ਜੇ ਕਿਸਾਨ ਦਾ ਦਰਦ ਨਹੀਂ ਦਿਸਦਾ ਹੁੰਦਾ ਤੇ ਅੱਜ ਉਸ ਮੰਤਰੀ ਮੰਡਲ ਦੀ ਕੁਰਸੀ 'ਚ ਮੈਂ ਵਿਰਾਜਮਾਨ ਹੁੰਦੀ, ਜਿਹਨੂੰ ਠੁਕਰਾ ਕੇ ਇਹ ਕਿਸਾਨਾਂ ਨਾਲ ਖੜਨ ਵਾਸਤੇ ਮੈਂ ਆਪਣਾ ਫਰਜ਼ ਅਦਾ ਕੀਤਾ ਹੈ। ਲਗਾਤਾਰ ਸਵਾਲ ਹੋ ਰਹੇ ਕਿ 3 ਮਹੀਨੇ ਅਕਾਲੀ ਦਲ ਨੂੰ ਕਿਉਂ ਨਹੀਂ ਦੱਸਿਆ ਕਿ ਇਹ ਆਰਡੀਨੈਂਸ ਠੀਕ ਨਹੀਂ ਹੈ, ਹੁਣ ਇੱਕਦਮ ਯੂ ਟਰਨ ਕਿਉਂ ਮਾਰਿਆ ਗਿਆ? ਯੂ ਟਰਨ ਦੀ ਗੱਲ ਨਹੀਂ, ਇੱਕ ਮੰਤਰੀ ਦਾ ਫਰਜ਼, ਇੱਕ MP ਦਾ ਫਰਜ਼,
ਇੱਕ ਲੋਕਾਂ ਤੇ ਸਰਕਾਰ ਦੇ ਵਿੱਚ ਇੱਕ ਬ੍ਰਿਜ, ਇੱਕ ਪੁਲ ਦਾ ਕੰਮ ਕਰਦਾ ਹੈ ਕਿ ਜਿਹੜੇ ਕਾਨੂੰਨ ਸਰਕਾਰ ਬਣਾ ਰਹੀ ਹੈ ਉਹ ਲੋਕਾਂ ਤਾਈਂ ਲੈ ਕੇ ਜਾਓ ਤੇ ਲੋਕਾਂ ਦੇ ਵਿੱਚ ਜਿਹੜੀ ਫੀਡਬੈਕ ਹੁੰਦੀ ਉਹ ਸਰਕਾਰ ਤਾਈਂ ਲੈ ਕੇ ਆਓ। ਕਿਉਂਕਿ ਇਹ ਮੇਰੇ ਮੰਤਰਾਲੇ ਤੋਂ ਨਹੀਂ ਬਣਿਆ ਸੀਗਾ। ਜਦ ਮੇਰੇ ਮੰਤਰਾਲੇ 'ਚ ਕਮੈਂਟਸ ਵਾਸਤੇ ਆਇਆ, ਮੈਂ ਕਮੈਂਟਸ ਕਿਸਾਨ ਪੱਖੀ ਦਿੱਤੇ, ਲੇਕਿਨ ਮੇਰੇ ਲੱਖ ਬਾਵਜੂਦ ਕੋਸ਼ਿਸ਼ਾਂ ਦੇ ਬਾਵਜੂਦ ਕਿ ਸ਼ੰਕਾਵਾਂ ਦੂਰ ਕਰਕੇ ਫਿਰ ਇਹਨੂੰ ਇੱਕ ਕਾਨੂੰਨ ਬਣਾਇਆ ਜਾਏ, ਇਹ ਆਰਡੀਨੈਂਸ ਬਣ ਗਿਆ। ਉਸ ਆਰਡੀਨੈਂਸ ਨੂੰ ਲੈ ਕੇ ਜਦ ਲੋਕਾਂ ਦੇ ਕੋਲ ਮੈਂ ਗਈ, ਉਹਨਾਂ ਦੀ ਸ਼ੰਕਾਵਾਂ ਜਿਵੇਂ ਜਿਵੇਂ ਪਤਾ ਲੱਗਦੀਆਂ ਗਈ, ਕਈ ਕਿਸਾਨ ਯੂਨੀਅਨਾਂ ਦੇ ਨਾਲ ਗੱਲਬਾਤ ਹੋਣ ਦੇ ਬਾਅਦ, ਆ ਫੜੋ ਤੁਸੀਂ ਆਰਡੀਨੈਂਸ, ਮੈਨੂੰ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਗਵਾਉਣੀ ਹੈ ਤੇ ਕਿਹੜੀ ਲਾਈਨ ਕਟਵਾਉਣੀ ਹੈ। ਪਹਿਲੇ ਸ਼ੁਰੂ ਆ ਵੀ MSP ਦਾ ਡਰ ਹੈਗਾ, ਉਹ ਮੰਤਰੀ ਜੀ ਦੇ ਨਾਲ, ਕੇਂਦਰ ਮੰਤਰੀ ਤੋਮਰ ਸਾਹਿਬ ਦੇ ਨਾਲ ਮੀਟਿੰਗ ਕਰਾ ਕੇ, ਵੀਡੀਓ ਕਾਨਫਰੰਸਿੰਗ ਕਰਾ ਕੇ, ਤਾਂ ਵੀ ਜਦ ਨਹੀਂ ਹੋਇਆ ਤੁਸੀਂ ਲਿਖਤ 'ਚ ਵੀ ਲੈ ਲਿਆ। ਜਿਹੜੇ ਸ਼ੰਕਾ ਚੱਕਦੇ ਸੀਗੇ ਉਹ ਮੈਂ ਉਹਨਾਂ ਦਾ ਸੁਧਾਰ ਕਰਨ ਦੀ ਮੈਂ ਕੋਸ਼ਿਸ਼ ਕਰਦੀ ਸੀ, ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਦੀ ਸੀ ਤੇ ਇੱਥੇ ਆਪਣੀ ਸਰਕਾਰ 'ਚ ਲਗਾਤਾਰ ਵਿੱਚੇ ਬੈਠ ਕੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਕੋਈ ਇਹਨੂੰ ਕਾਨੂੰਨ ਬਣਾਉਣ ਦਾ ਕੰਮ ਤੁਸੀਂ ਨਾ ਕਰੋ ਜਦ ਤਾਈਂ ਸਾਰਿਆਂ ਦੀ ਸੁਣਵਾਈ ਹੋ ਕੇ ਉਹਨਾਂ ਦੀ ਸ਼ੰਕਾਵਾਂ ਦੂਰ ਕਰਕੇ ਉਹ ਇਹਦਾ ਵਿਰੋਧ ਨਹੀਂ, ਇਹਦਾ ਸਵਾਗਤ ਕਰਨ। ਇਹ ਵਿੱਚੇ ਬੈਠ ਕੇ ਮੈਂ ਪੂਰਾ 2 ਮਹੀਨਾ 1.5 ਮਹੀਨਾ ਮੈਂ ਕਹਿ ਸਕਦੀ ਹਾਂ, ਜਦੋਂ ਤੋਂ ਆਰਡੀਨੈਂਸ ਆਇਆ ਤੇ ਉਸ ਤੋਂ ਪਹਿਲੇ ਤੋਂ मैं अपनी सरकार दे नाल कोशिश की थी, लेकिन जब क्लियर हो गया कि किसान दी शंकावां नूं एड्रैस कीते बिना जो भी होण, क्योंकि देश इन्ना वड्डा है कि किसानी हालात, ढांचा, बुनियाद, इंफ्रास्ट्रक्चर सूबे सूबे च बहुत, जिवें पंजाब च है, बिहार च नहीं हैगा। साडा मंडीकरण सिस्टम है, साडी लिंक रोड्स जिवें पिंडां दे नाल कनैक्टेड हैगी आ, हर 5 किलोमीटर च मंडी हैगी। सरकारी तामझाम 10 ਦਿਨਾਂ 'ਚ ਜਿਵੇਂ ਪਰਚੇਸ ਹੁੰਦੀ, 48 ਘੰਟਿਆਂ 'ਚ ਤੁਹਾਨੂੰ ਪੂਰੀ ਰਕਮ ਮਿਲ ਜਾਂਦੀ ਤੁਹਾਡੇ ਖਾਤੇ 'ਚ। MSP 'ਚ ਹਰੇਕ ਦਾਣੇ ਦੀ ਖਰੀਦ ਹੁੰਦੀ ਹੈ। ਤੁਸੀਂ UP ਬਿਹਾਰ 'ਚ ਜਾਓ ਤਾਂ ਉਹਨਾਂ ਵਿਚਾਰਿਆਂ ਨੇ MSP ਸਿਰਫ ਸੁਣੀ ਹੈ, ਉਹ ਮਿਲਦਾ ਤਾਂ ਕਿਸੇ ਨੂੰ ਵੀ ਨਹੀਂ ਹੈਗਾ। ਸੋ ਬਾਕੀ ਦੇਸ਼ ਦੇ ਹਾਲਾਤ ਪੰਜਾਬ ਤੇ ਹਰਿਆਣੇ ਤੋਂ ਬਿਲਕੁਲ ਅੱਡ ਨੇ, ਜਿਹਦੇ ਕਰਕੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਸ਼ੰਕਾਵਾਂ ਕੁਝ ਹੋਰ ਕਿਸਮ ਦੀ ਹੈਗੀਆਂ, ਜਿਹੜਾ ਇਹ ਆਰਡੀਨੈਂਸ ਐਡਰੈਸ ਨਹੀਂ ਕਰਦਾ ਸੀ। ਤਾਂ ਮੇਰੀ ਕੋਸ਼ਿਸ਼ ਆਈ ਸੀ ਕਿ ਉਹਨਾਂ ਦੀ ਸ਼ੰਕਾਵਾਂ ਸਰਕਾਰ ਤਾਈਂ ਪਹੁੰਚਾਓ ਤੇ ਸਰਕਾਰ ਦਾ ਭਰੋਸਾ ਉਹਨਾਂ ਤਾਈਂ ਪਹੁੰਚਾਓ। ਲੇਕਿਨ ਜਦ ਇਹ ਕਲੀਅਰ ਹੋ ਗਿਆ ਕਿ ਮੇਰੇ ਕਹਿਣ ਦੇ ਨਾਲ ਜਾਂ ਇਕੱਲੇ ਮੰਤਰੀ ਦੇ ਕਹਿਣ ਦੇ ਨਾਲ ਉਹਨਾਂ ਦਾ ਭਰੋਸਾ ਨਹੀਂ ਬਣਿਆ, ਕਿਉਂਕਿ ਆਰਡੀਨੈਂਸ ਵਿੱਚ ਉਹ ਚੀਜ਼ਾਂ ਨਹੀਂ ਦਰਜ ਸੀਗੀਆਂ, ਫਿਰ ਮੇਰੇ ਸਰਕਾਰ ਦੇ ਇਹੀ ਪ੍ਰੈਸ਼ਰ ਤੇ ਅਪੀਲ ਸੀਗੀ ਕਿ ਇਹਨੂੰ ਕਾਨੂੰਨ ਨਾ ਬਣਾਇਆ ਜਾਏ ਜਦੋਂ ਤਾਈਂ ਉਹਨਾਂ ਦੀ ਸੁਣਵਾਈ ਹੋ ਕੇ, ਉਹਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਉਹ ਚੀਜ਼ਾਂ ਪਾ ਕੇ ਤਾਂ ਤੁਸੀਂ ਕਾਨੂੰਨ ਬਣਾਓ। ਕਿਉਂਕਿ ਅਸੀਂ ਕਿਸਾਨਾਂ ਵਾਸਤੇ ਲਾ ਰਹੇ ਤੇ ਕਿਸਾਨ ਹੀ ਉਹਨੂੰ ਕਿਸਾਨ ਵਿਰੋਧੀ ਸਮਝਣ ਤੇ ਫਿਰ ਇਹੋ ਜਿਹੇ ਕਾਨੂੰਨ ਦਾ ਫਾਇਦਾ ਆਪਾਂ ਬਣਾ ਕੇ ਦੇ ਵਾਸਤੇ ਰਹੇ ਹਾਂ। ਤੁਸੀਂ ਤੋਮਰ ਸਾਹਿਬ ਜਾਂ ਪ੍ਰਧਾਨ ਮੰਤਰੀ ਮੋਦੀ ਨਾਲ ਚਰਚਾ ਕੀਤੀ ਕਿ ਇਹ ਚੀਜ਼ਾਂ ਠੀਕ ਨਹੀਂ ਲੱਗ ਰਹੀਆਂ, ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਇਹ ਨਾ ਕੀਤਾ ਜਾਵੇ? ਇੱਕ ਵਾਰ ਨਹੀਂ, ਮੈਨੂੰ ਲੱਗਦਾ ਸੈਂਕੜੇ ਵਾਰ ਇਹ ਮੇਰੀ ਚਰਚਾਵਾਂ ਸ਼ੁਰੂ ਹੀ ਉਸ ਦਿਨ ਤੋਂ ਹੋ ਗਈ। ਹਾਲਾਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਦ ਕੇਂਦਰ ਕੋਈ ਸਕੀਮ ਬਣਾਉਂਦਾ ਹੈ ਤੇ ਉਹਨਾਂ ਦੀ ਸਟੇਟ ਦੀ ਸਰਕਾਰਾਂ ਨਾਲ ਕੰਸਲਟੇਸ਼ਨ ਹੁੰਦੀ ਹੈ ਤੇ ਇਹ ਵੀ ਮੰਤਰੀ ਜੀ ਨੇ ਪਾਰਲੀਮੈਂਟ 'ਚ ਤੁਸੀਂ ਸੁਣਿਆ ਕਿ ਕੈਪਟਨ ਸਾਹਿਬ ਤੇ ਬਾਕੀ ਮੰਤਰੀਆਂ ਦੇ ਨਾਲ ਜਦ ਡਿਸਕਸ਼ਨਸ ਹੋਈਆਂ ਸੀ ਮੰਤਰਾਲੇ ਦੀ, ਤੇ ਕੈਪਟਨ ਸਾਹਿਬ ਨੇ 2-3 ਵਾਰੀ ਮੀਟਿੰਗਸ ਕੀਤੀਆਂ ਤਾਂ ਪੂਰਾ ਸਪੋਰਟ ਦਿੱਤਾ, ਜਿਹਦੀ ਮਿੰਟਸ ਵੀ ਹਾਜ਼ਰ ਹੈਗੇ। ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਤੇ ਕਿਸੇ ਕਾਂਗਰਸ ਨੇ ਉਸ ਮੰਤਰੀ ਨੂੰ ਝੂਠਾ ਕਰਾਰ ਦੇ ਕੇ ਕੋਈ ਪ੍ਰਿਵਿਲੇਜ ਮੋਸ਼ਨ ਨਹੀਂ ਮੂਵ ਕੀਤੀ, ਕਿਉਂਕਿ ਫਲੋਰ ਆਫ ਦਾ ਹਾਊਸ ਤੁਸੀਂ ਝੂਠ ਮੰਤਰੀ ਬੋਲ ਹੀ ਨਹੀਂ ਸਕਦਾ। ਸੋ ਕੈਪਟਨ ਸਾਹਿਬ ਨੇ ਨਾ ਹੀ ਇਹਨਾਂ ਡਿਸਕਸ਼ਨਸ ਦੇ ਵੇਲੇ ਬਤੌਰ ਮੁੱਖ ਮੰਤਰੀ ਇਹਨੂੰ ਅਪੋਜ਼ ਕੀਤਾ, ਬਲਕਿ ਤੁਸੀਂ ਸਾਰੇ ਜਾਣਦੇ ਹੋ 2017 ਦੇ ਮੈਨੀਫੈਸਟੋ 'ਚ ਉਹਨਾਂ ਨੇ ਲਿਖਿਆ ਤੇ ਪੰਜਾਬ 'ਚ ਆ ਕੇ 2017 ਦੇ ਅਗਸਤ ਤੋਂ ਆਹੀ ਚੀਜ਼ਾਂ ਲਾਗੂ ਵੀ ਹੋਈਆਂ ਨੇ। 2019 ਦੇ ਸੈਂਟਰਲ ਚੋਣਾਂ ਦੇ ਵਿੱਚ ਵੀ ਕਾਂਗਰਸ ਦੇ ਮੈਨੀਫੈਸਟੋ 'ਚ ਲਿਖਿਆ ਹੋਇਆ ਕਿ ਆਹ ਸਾਰੀ ਚੀਜ਼ ਅਸੀਂ ਲਾਗੂ ਕਰਾਂਗੇ, ਜਿਹਦੇ ਕਰਕੇ ਕੈਪਟਨ ਸਾਹਿਬ ਨੇ, ਕੇਂਦਰ ਦੀ ਸਰਕਾਰ ਨੇ ਸਹਿਮਤੀ ਜਤਾਈ। ਤੇ 2.5 ਸਾਲਾਂ ਤੋਂ ਜਦੋਂ ਉਹਨਾਂ ਨੂੰ ਪਤਾ ਹੈ, ਇਹਦੀ ਭਾਪਤਾ ਹੀ ਨਹੀਂ ਕੱਢੀ। ਮੈਨੂੰ ਤਾਂ ਮਈ ਦੇ ਮਹੀਨੇ 'ਚ ਪਤਾ ਲੱਗਿਆ ਜਦ ਇੰਟਰ ਮਿਨਿਸਟਰੀਅਲ ਕਮੈਂਟਸ ਵਾਸਤੇ ਮੇਰੇ ਮੰਤਰਾਲੇ 'ਚ 24 ਤਰੀਕ ਨੂੰ ਪਹਿਲੀ ਵਾਰੀ ਫਾਈਲ ਪਹੁੰਚੀ। ਉਹਨੂੰ ਪੜਨ ਦੇ ਨਾਲ ਹੀ, ਹਾਲਾਂਕਿ ਮੈਨੂੰ ਆਪਣੇ ਕਮੈਂਟਸ ਫੂਡ ਪ੍ਰੋਸੈਸਿੰਗ ਇੰਡਸਟਰੀ ਮਿਨਿਸਟਰ ਦੇ ਵੱਲੋਂ ਦੇਣੇ ਸੀ, ਲੇਕਿਨ ਕਿਉਂਕਿ ਪੰਜਾਬ ਦੇ ਨਾਲ ਤਾਲੁਕਾਤ ਹੈ, ਸੰਬੰਧ ਨੇ ਤੇ ਹਕੀਕਤ ਪਤਾ ਹੈ, ਮੈਂ ਆਪਣੇ ਮੰਤਰਾਲੇ ਦੇ ਕਮੈਂਟਸ ਦੇ ਨਾਲ ਮੈਂ ਯਾਰ ਲਿਖਿਆ ਕਿ ਇਹ ਸਟੇਕ ਹੋਲਡਰਸ ਦੀ ਕੰਸਲਟੇਸ਼ਨ, ਮਤਲਬ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾ ਸੂਬੇ ਦੀ ਸਰਕਾਰਾਂ ਨੂੰ ਭਰੋਸੇ, ਇਹੋ ਜਿਹਾ ਕੋਈ ਕਾਨੂੰਨ ਨਹੀਂ ਆਣਾ ਚਾਹੀਦਾ। ਸਾਫ਼ ਤੌਰ ਤੇ ਮੇਰੀ ਫਾਈਲ ਤੇ ਨੋਟ ਹੈ। ਤੁਸੀਂ ਪਹਿਲੀ ਵਾਰ ਉਦੋਂ ਪੜਿਆ ਪੂਰਾ ਆਰਡੀਨੈਂਸ, ਤਿੰਨੋਂ ਆਰਡੀਨੈਂਸਸ ਉਦੋਂ ਜਦੋਂ ਕਮੈਂਟਸ ਲਈ ਆਏ ਉਦੋਂ ਪੜੇ? ਆਰਡੀਨੈਂਸ ਤੋਂ ਬਾਅਦ ਨੂੰ ਆਂਦਾ ਹੈ। ਪਹਿਲੇ ਜਦ ਇਹ ਜਿਵੇਂ ਇੰਨੇ ਸਾਰੇ ਮੰਤਰਾਲੇ ਹੈਗੇ, ਕਈ ਡਿਪਾਰਟਮੈਂਟਸ ਹੈਗੇ, ਹਰ ਡਿਪਾਰਟਮੈਂਟ ਆਪਣੀ ਨਵੀਂ ਸਕੀਮ ਤੇ ਨਵੀਂ ਕਾਨੂੰਨ ਬਣਾਉਣ ਵਾਸਤੇ ਜਿਵੇਂ ਕੰਮ ਕਰਦੀ ਹੈਗੀ, ਉਹ
जब मैं बनाती हूँ मैनू पता है, जब ਉਹਦੀ ਕੋਈ ਰੂਪਰੇਖਾ ਜੀ ਬਣ ਜਾਂਦੀ ਹੈ ਅਸੀਂ ਭੇਜਦੇ ਹਾਂ ਕਿਸੇ ਨੂੰ ਕਿ ਅਸੀਂ ਇਸ ਤਰ੍ਹਾਂ ਦਾ ਕਰਨ ਦਾ ਸੋਚ ਰਹੇ ਹਾਂ, ਤੁਹਾਡੇ ਕੀ ਕਮੈਂਟਸ ਨੇ। ਸੋ ਮੈਨੂੰ ਤਾਂ ਸਿਰਫ ਬੇਸਿਕ ਆਊਟਲਾਈਨ ਆਉਂਦੀ ਕਿ ਇਸ ਤਰ੍ਹਾਂ ਕਰਨ ਜਾ ਰਹੇ ਆ ਕਿ ਜੀ ਮੰਡੀਜ਼ ਪ੍ਰਾਈਵੇਟ ਲੋਕਾਂ ਨੂੰ ਵੀ ਖੋਲਣ ਜਾ ਰਹੇ ਆ, ਉਹਦੀ ਡਿਟੇਲਸ ਤਾਂ ਨਹੀਂ ਆਉਂਦੀਆਂ ਨਾ, ਉਹਦੇ ਉੱਤੇ ਕਮੈਂਟਸ ਦੇਣੇ ਹੁੰਦੇ ਨੇ। ਸੋ ਉਹ ਜਦ ਮੇਰੇ ਕਮੈਂਟਸ ਵਾਸਤੇ ਤਾਂ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਇਹੋ ਜਿਹਾ ਕੁਝ ਕਰਨ ਦੀ ਸਰਕਾਰ ਸੋਚ ਰਹੀ ਹੈ। ਤਾਂ ਉੱਥੇ ਫਾਈਲ 'ਚ ਵੀ ਮੈਂ ਨੋਟ ਕੀਤਾ ਤੇ ਉਹਦੇ ਬਾਅਦ ਜਿਹੜੀ ਪਹਿਲੀ ਕੈਬਨਿਟ ਹੋਈ ਉੱਥੇ ਵੀ ਮੈਂ ਰੇਜ਼ ਕੀਤਾ ਕਿ ਮੈਨੂੰ ਪਤਾ ਲੱਗਿਆ ਕਿ ਇਹੋ ਜਿਹਾ ਕ੍ਰਿਸ਼ੀ ਮੰਤਰਾਲੇ ਤੋਂ ਇਹੋ ਜਿਹੇ ਕੋਈ ਚੇਂਜਸ ਲਾਉਣ ਦਾ, ਕੋਈ ਕਾਨੂੰਨ 'ਚ ਸੰਸ਼ੋਧਨ ਕਰਨ ਦਾ ਕਿ ਪ੍ਰਾਈਵੇਟ ਮਾਰਕੀਟ ਯਾਰਡਸ ਬਣਨਗੇ ਤੇ ਬਾਕੀ ਜਿਵੇਂ ਕੋਆਪਰੇਟ ਫਾਰਮਿੰਗ ਹੋਗੀ ਤੇ ਇਹ ਸਾਰੀ ਚੀਜ਼ਾਂ, ਕੰਟੈਕਟ ਫਾਰਮਿੰਗ ਐਸੈਂਸ਼ੀਅਲ, ਇਹ ਚੀਜ਼ਾਂ ਦੇ ਬਾਰੇ ਮੈਨੂੰ ਪਤਾ ਲੱਗਿਆ ਹੈ। ਤੇ ਇਹਦਾ ਗਰਾਊਂਡ ਲੈਵਲ 'ਚ ਲੋਕਾਂ ਦੇ ਮਨ 'ਚ ਬਹੁਤ ਵੱਡੀ ਸ਼ੰਕਾ ਹੈ ਤੇ ਸਾਡੇ ਪੰਜਾਬ ਹਰਿਆਣਾ 'ਚ ਬਹੁਤ ਵੱਡਾ ਇਹਦਾ ਵਿਰੋਧ ਵੀ ਹੈ। ਮੈਂ ਅੱਜ ਇਹੀ ਬੇਨਤੀ ਕਰਾਂਗੀ ਕਿ ਕੋਈ ਇਹੋ ਜਿਹੀ ਚੀਜ਼ ਬਣਾਈ ਨਾ ਜਾਏ ਜਦੋਂ ਤਾਈਂ ਉਹਨਾਂ ਦੀ ਸ਼ੰਕਾਵਾਂ ਦੂਰ ਨਾ ਹੋ ਜਾਣ। ਕ੍ਰਿਸ਼ੀ ਮੰਤਰੀ ਵੀ ਉੱਥੇ ਸੀ, ਪ੍ਰਧਾਨ ਮੰਤਰੀ, ਪੂਰੀ ਕੈਬਨਿਟ ਸੀਗੀ। ਇਹਦੇ ਬਾਵਜੂਦ ਅਗਲੇ ਹਫਤੇ ਹੀ ਉਹਨੂੰ ਏਜੰਡਾ ਆਈਟਮ ਨਹੀਂ, ਟੇਬਲ ਆਈਟਮ, ਮਤਲਬ ਜਦ ਮੀਟਿੰਗ ਚੱਲ ਰਹੀ ਹੁੰਦੀ ਉੱਥੇ ਪਲੇਸ ਕੀਤਾ ਜਾਂਦਾ ਹੈ। ਇਹ ਤਿੰਨੋਂ ਆਰਡੀਨੈਂਸ ਪਲੇਸ ਕੀਤੇ ਗਏ। ਹਾਲਾਂਕਿ ਮੈਂ ਉਸ ਦਿਨ ਸਵੇਰੇ ਵੀ ਕ੍ਰਿਸ਼ੀ ਮੰਤਰੀ ਨੂੰ ਫੋਨ ਕਰਕੇ ਮੈਂ ਪੁੱਛਿਆ ਸੀ ਕਿ ਇਹ ਕਿਤੇ ਆ ਤਾਂ ਨਹੀਂ ਰਹੇ ਨੇ, ਇਹਨੂੰ ਤੁਸੀਂ ਰੋਕ ਕੇ ਰੱਖੋ, ਬਹੁਤ ਵੱਡਾ ਕਿਸਾਨਾਂ ਵਿੱਚ ਰੋਹ ਹੈਗਾ। ਪਰ ਤੁਹਾਡੀ ਗੱਲ ਮੰਨੀ ਨਹੀਂ ਗਈ ਫਿਰ? ਉਹ ਕਹਿੰਦੇ ਪਤਾ ਨਹੀਂ ਹੁਣ ਉਹਨਾਂ ਨੂੰ ਪਤਾ, ਕਿਉਂਕਿ ਜਦ ਬਣ ਕੇ ਕੈਬਨਿਟ ਦੀ ਏਜੰਡਾ ਪੀਐਮਓ ਚਲੇ ਜਾਂਦੀ ਹੈ, ਫਿਰ ਪੀਐਮਓ ਪ੍ਰਧਾਨ ਮੰਤਰੀ ਦੇ ਦਫ਼ਤਰ 'ਚੋਂ ਕਿਹੜੀ ਚੀਜ਼ ਉਹ ਕੈਬਨਿਟ 'ਚ ਲਾਣਾ ਚਾਹੁੰਦੇ ਉਹ ਉਹਨਾਂ ਦਾ ਡਿਪਾਰਟਮੈਂਟ ਜਾਂਦਾ ਹੈ। ਆਪਣੇ ਵੱਲੋਂ ਤਾਂ ਮਹਿਕਮੇ ਤੋਂ ਚਲੀ ਗਈ ਕੈਬਨਿਟ ਪ੍ਰਧਾਨ ਮੰਤਰੀ ਦੇ ਆਫਿਸ 'ਚ। ਸੋ ਕਹਿੰਦੇ ਨਹੀਂ, ਮੈਨੂੰ ਤਾਂ ਲੱਗਦਾ ਨਹੀਂ ਅਜੇ ਆਊਗਾ, ਲੇਕਿਨ ਟੇਬਲ ਆਈਟਮ ਉੱਥੇ ਟੇਬਲ ਕਰ ਦਿੱਤਾ ਗਿਆ। ਉੱਥੇ ਪੁਰਜ਼ੋਰ ਤਰੀਕੇ ਦੇ ਨਾਲ ਮੈਂ ਇਸ ਗੱਲ ਨੂੰ ਇੱਕ ਵਾਰ ਫੇਰ ਰੇਜ਼ ਕੀਤੀ ਕਿ ਇਸ ਚੀਜ਼ ਨੂੰ ਆਪਾਂ ਡੈਫਰ ਕਰ ਦੀ, ਬਿਕੋਜ਼ ਬਹੁਤ ਵੱਡਾ ਰੋਸ ਹੈਗਾ ਗਰਾਊਂਡ ਲੈਵਲ 'ਚ, ਕਿਸਾਨਾਂ ਦੇ ਮਨਾਂ 'ਚ ਬਹੁਤ ਸਾਰੀ ਸ਼ੰਕਾਵਾਂ ਹੈ। ਜੇ ਇਹਨੂੰ ਆਪਾਂ ਨਹੀਂ ਐਡਰੈਸ ਕੀਤਾ ਇੱਕ ਬਹੁਤ ਵੱਡਾ ਅੰਦੋਲਨ ਬਣ ਜਾਊਗਾ। ਸਾਰਾ ਕੁਝ ਮੈਂ ਸਮਝਾਇਆ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਫੈਸਲਾ ਲਿੱਤਾ ਕਿ ਇਹ ਆਰਡੀਨੈਂਸ ਕਰਨੇ ਨੇ। ਹੁਣ ਆਰਡੀਨੈਂਸ ਤੇ ਜਦੋਂ ਤੱਕ ਪਾਰਲੀਮੈਂਟ 'ਚ ਪਾਸ ਹੁੰਦਾ ਹੈ, ਮੈਂ ਇਸ ਸਮੇਂ ਨੂੰ ਮੈਂ ਦੇਖਿਆ ਕਿ ਮੈਂ ਇਹ ਕਿਸਾਨ ਤੇ ਸਰਕਾਰ ਦੀ ਦੂਰੀ ਨੂੰ ਘਟਾਉਣ ਵਾਸਤੇ ਆਪਣਾ ਪੂਰਾ ਜ਼ੋਰ ਲਾ ਦਾਂ। ਕਿਉਂਕਿ ਜਿਹੜੇ ਲੋਕੀ ਕਹਿੰਦੇ ਉਸ ਟਾਈਮ ਅਸਤੀਫਾ ਕਿਉਂ ਦਿੱਤਾ, ਅਸਤੀਫਾ ਦੇ ਕੇ ਸਮੱਸਿਆ ਹੱਲ ਜੇ ਹੋ ਜਾਂਦੀ ਤਾਂ ਮੈਂ ਉਸ ਟਾਈਮ ਹੀ ਦੇ ਦੇਣਾ ਸੀ। ਸਰਕਾਰ ਦੇ ਵਿੱਚ ਬੈਠ ਕੇ ਹੱਲ ਕਰਨਾ, ਜੇ ਮੈਂ 6 ਸਾਲਾਂ 'ਚ ਅੱਜ ਆਪਣੀ ਸਰਕਾਰ ਤੋਂ ਭਾਵੇਂ 84 ਦੇ ਗੁਨਾਹਗਾਰਾਂ ਨੂੰ ਸਜ਼ਾ ਦੇਣੀ, ਜਾਂ ਕਰਤਾਰਪੁਰ ਸਾਹਿਬ ਕੋਰੀਡੋਰ, ਜਾਂ ਲੰਗਰ 'ਚ GST ਮਾਫ, ਜਾਂ ਹੁਣ ਫੋਰਨ ਕੰਟਰੀਬਿਊਸ਼ਨ ਜਿਹੜੇ ਵਿਦੇਸ਼ੀ ਬੈਠੇ ਆਪਣੇ ਸਿੱਖ ਭਰਾ ਦਰਬਾਰ ਸਾਹਿਬ ਨੂੰ ਦੇ ਸਕਦੇ ਆ, ਜਾਂ ਏਮਸ ਲਾਣਾ, ਇਹ ਵਿੱਚ ਬੈਠ ਕੇ ਮੈਂ ਕੰਮ ਕਰਾਇਆ। ਜੇ ਮੈਂ ਬਾਹਰ ਹੁੰਦੀ ਤਾਂ ਬਾਹਰ ਬੈਠੇ ਤਾਂ ਬਥੇਰੇ ਨੇ ਕੀ ਕੰਮ ਕਰਾ ਸਕਦੇ ਨੇ। ਮੈਂ ਇਸ ਸਮੇਂ ਨੂੰ ਮੈਂ ਦੇਖਿਆ ਕਿ ਇਸ ਸਮੇਂ ਦੇ ਵਿੱਚ ਮੈਂ ਆਪਣੇ ਹਰ ਪੱਖੋਂ ਜਿਸ ਲੈਵਲ 'ਚ ਮੈਂ ਪ੍ਰੈਸ਼ਰ ਬਣਾ ਸਕਦੀ ਹਾਂ ਮੈਂ ਬਣਾਵਾਂ ਕਿ ਸੁਣਵਾਈ ਕਰਨ ਤੋਂ ਬਾਅਦ ਹੀ ਇਹ ਇੱਕ ਕਾਨੂੰਨ ਬਣੇ। ਤੇ ਇਸ ਸਮੇਂ ਦੇ ਦੌਰਾਨ ਸਾਰੇ ਕਿਸਾਨ ਜਥੇਬੰਦੀਆਂ ਦੇ ਨਾਲ ਆ ਫੜੋ ਆਰਡੀਨੈਂਸ, ਮੈਨੂੰ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਪਾਈਏ ਤੇ ਕਿਹੜੀ ਲਾਈਨ ਕੱਢੀਏ। ਮੰਤਰੀ ਜੀ ਦੇ ਨਾਲ ਮਿਲੋ, ਆੜਤੀਆਂ ਨੂੰ ਮਿਲਾਇਆ, ਕਿਸਾਨ ਨੂੰ ਮਿਲਾਇਆ, ਵੀਡੀਓ ਕਾਨਫਰੰਸਿੰਗ ਕਰੋ, ਲਿਖਤ 'ਚ ਲੈ ਲਓ। ਸੋ ਮੈਂ ਹਰ ਪਾਸੋਂ ਜਦ ਇਹ ਕਲੀਅਰ ਹੋ ਗਿਆ ਕਿ ਮੰਤਰੀ ਜੀ ਦੇ ਗੱਲਾਂ 'ਚ ਤੇ ਮੇਰੀ ਗੱਲਾਂ 'ਚ ਕਿਸਾਨ ਮੰਨਣ ਨੂੰ ਰਾਜ਼ੀ ਨਹੀਂ ਸੀ, ਕਿਉਂਕਿ ਆਰਡੀਨੈਂਸ ਵਿੱਚ ਇਹੋ ਜੀ ਕੋਈ ਚੀਜ਼ ਲਿਖੀ ਨਹੀਂ ਗਈ ਸੀ। ਪਰ ਕੀ ਇਹ ਵੀ ਵਿਰੋਧ ਹੈ ਤੁਹਾਡਾ ਅਸਤੀਫਾ ਦੇਣ ਪਿੱਛੇ ਕਿ ਤੁਹਾਡੀ ਇਸ ਗੱਲ ਦੀ ਸੁਣਵਾਈ ਨਹੀਂ ਹੁੰਦੀ? ਤੁਸੀਂ ਜੇ ਕਹਿ ਰਹੇ ਹੋ ਇੰਨੇ ਐਫਰਟਸ ਕੀਤੇ ਆ ਤਾਂ ਫਿਰ ਉੱਥੇ ਜਾ ਕੇ ਉਹਨਾਂ ਨੇ ਸੁਣਿਆ ਕਿਉਂ ਨਹੀਂ? ਜੇ ਕਿਸਾਨ ਵਿਰੋਧੀ ਹੈ ਤਾਂ ਉਹ ਕਿਸਾਨ ਦੀ ਗੱਲ ਕਿਉਂ ਨਹੀਂ ਸੁਣ ਰਹੇ? ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੇਸ਼ ਵਿੱਚ ਸੂਬੇ ਤੋਂ ਸੂਬੇ ਵਿੱਚ ਹਾਲਾਤ ਕਿਸਾਨੀ ਦੇ ਬਹੁਤ ਅੱਡ ਨੇ ਤੇ ਪੰਜਾਬ ਦੀ ਜਿਵੇਂ ਮੰਡੀਕਰਨ ਸਿਸਟਮ ਹੈ ਉਹ ਦੇਸ਼ ਵਿੱਚ ਹੋਰ ਕਿਤੇ ਨਹੀਂ ਹੈ। ਸੋ ਇਹਨਾਂ ਨੇ ਜਦ ਕਾਨੂੰਨ ਬਣਾਇਆ, ਇਹਨਾਂ ਦੇ ਜਿਹੜੇ ਅਫਸਰ ਹੋਣਗੇ ਜਾਂ ਜਿਨ੍ਹਾਂ ਨੇ ਵੀ ਬਣਾਇਆ, ਇਹਨਾਂ ਨੇ ਪੂਰੇ ਦੇਸ਼ ਨੂੰ ਦੇਖਦੇ ਹੋਏ ਬਣਾਇਆ। ਲੇਕਿਨ ਦੇਸ਼ ਦੇ ਦੇਖਦੇ ਹੋ ਬਣਾਏ, ਜਦ ਤੁਸੀਂ ਬਣਾਇਆ ਤੇ ਇੱਕ ਸੂਬੇ 'ਚ ਜਾਂ 2 ਸੂਬਿਆਂ 'ਚ ਜਾਂ 4 ਸੂਬਿਆਂ 'ਚ ਜੇ ਇਹਦਾ ਨੁਕਸਾਨ ਹੁੰਦਾ ਹੈ, ਫਿਰ ਐਜ਼ ਅ ਸਰਕਾਰ ਤੁਹਾਡਾ ਫਰਜ਼ ਹੁੰਦਾ ਹੈ ਕਿ ਤੁਸੀਂ ਉਹਨਾਂ ਦੀ ਵੀ ਸੁਣਵਾਈ ਕਰੋ ਤਾਂ ਇਹਦੇ ਵਿੱਚ ਕੁਝ ਪਾਓ ਜਿਹਦੇ ਨਾਲ ਉਹਨਾਂ ਦੀ ਸਮੱਸਿਆ ਹੱਲ ਹੋਣ। ਤੁਹਾਨੂੰ ਨਿੱਜੀ ਤੌਰ ਤੇ ਲੱਗਦਾ ਸੀ ਕਿ MSP ਖਤਮ ਹੋ ਸਕਦੀ ਹੈ ਇਸ ਆਰਡੀਨੈਂਸ ਦੇ ਕਾਨੂੰਨ ਬਣਨ ਤੋਂ ਬਾਅਦ? MSP ਤਾਂ ਮੈਨੂੰ ਪੂਰਾ ਭਰੋਸਾ ਸੀ ਕਿਸੇ ਹਾਲਤ 'ਚ ਖਤਮ ਨਹੀਂ ਹੋਊਗੀ। ਆਹੀ ਕਰਕੇ ਅਸੀਂ ਕਿਸਾਨਾਂ ਨੂੰ ਬਾਰ-ਬਾਰ ਇਹ ਚੀਜ਼ ਦੱਸਣ ਕਿ ਜਦੋਂ ਤਾਈਂ ਅਸੀਂ ਬੈਠੇ ਹਾਂ, ਜਦੋਂ ਤਾਈਂ ਸ਼੍ਰੋਮਣੀ ਅਕਾਲੀ ਦਲ ਜਿੰਦਾ, ਅਸੀਂ ਕਿਸੇ ਹਾਲਤ 'ਚ ਕੋਈ ਆਪਣੀ ਛੱਡੋ, ਆਪਣੀ ਤਾਂ ਹੋਣ ਨਹੀਂ ਦੇਵਾਂਗੇ, ਵਿਰੋਧੀ ਵੀ ਉਹਨਾਂ ਨੂੰ ਵੀ ਨਹੀਂ ਆਪਾਂ ਖਤਮ ਕਰਨ ਦੇਵਾਂਗੇ। MSP ਖਤਮ ਨਹੀਂ ਹੋਊਗਾ। ਲਿਖਤ 'ਚ ਵੀ, ਚਿੱਠੀ ਤੇ ਵੀ ਦਿਲਵਾ ਦੀ। ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ ਮੈਂ ਫਲੋਰ ਆਫ ਦਾ ਹਾਊਸ ਪਾਰਲੀਮੈਂਟ 'ਚ ਵੀ ਮੈਂ ਗੱਲ ਕਰਤੇ, ਅੱਜ ਪ੍ਰਧਾਨ ਮੰਤਰੀ ਨੇ ਵੀ ਕਿਹਾ। ਸੋ ਇਹ ਤਾਂ ਨਹੀਂ ਖਤਮ ਹੋਗੀ, ਲੇਕਿਨ
ਜਿਹੜੀ ਵੀ ਹੋਰ ਸ਼ੰਕਾਵਾਂ ਕਿਸਾਨਾਂ ਦੀ ਸੀਗੀਆਂ ਉਹਨਾਂ ਨੂੰ ਵੀ ਐਡਰੈਸ ਕਰਨਾ ਉਹਨਾਂ ਹੀ ਜ਼ਰੂਰੀ ਸੀ। ਭਾਵੇਂ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਾਈਵੇਟ ਪਲੇਅਰਸ ਆ ਜਾਣਗੇ, ਮੰਡੀਕਰਨ, ਸਰਕਾਰੀ ਮੰਡੀਕਰਨ ਢਾਂਚਾ ਸਾਰਾ ਹਿਲ ਜੂਗਾ, ਖਤਮ ਹੋ ਜਾਊਗਾ, ਜਦ ਟੈਕਸ ਨਹੀਂ ਉੱਥੇ ਇਕੱਠਾ ਹੋਊਗਾ ਤੇ ਫਿਰ ਪ੍ਰਾਈਵੇਟ ਦੇ ਹੱਥ 'ਚ ਸਾਰਾ ਕੁਝ ਆ। ਜੋ ਵੀ ਉਹਨਾਂ ਦੀ ਸ਼ੰਕਾਵਾਂ ਹੈਗੀਆਂ ਸੁਣਵਾਈ ਤਾਂ ਹੋਏ। ਲੇਕਿਨ ਮੇਰੇ 2.5 ਮਹੀਨਿਆਂ 'ਚ ਆਪਣੀ ਸਰਕਾਰ ਨੂੰ ਮਨਾਉਣ 'ਚ ਮੈਨੂੰ ਤਾਂ ਪਤਾ ਲੱਗਾ ਕਿ ਮੈਂ ਅਸਫਲ ਹੋ ਗਈ ਹਾਂ ਜਦ ਇਹਨਾਂ ਨੇ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਹੀ ਇਹਨਾਂ ਤਿੰਨੋਂ ਆਰਡੀਨੈਂਸਸ ਨੂੰ ਏਜੰਡਾ ਵਿੱਚ ਲਾ ਦਿੱਤਾ, ਜਿਹਦੇ ਵਿੱਚ ਸੁਖਬੀਰ ਜੀ ਨੇ ਕਲੀਅਰਲੀ ਕਹਿ ਦਿੱਤਾ ਕਿ ਅਸੀਂ ਕਿਸੇ ਹਾਲਤ 'ਚ ਇਹਦਾ ਸਪੋਰਟ ਨਹੀਂ ਕਰਾਂਗੇ। ਮੈਂ ਤਾਂ ਵੀ ਉਮੀਦ ਨਹੀਂ ਛੱਡੀ, ਇੱਕ ਵਾਰ ਫੇਰ ਉੱਪਰ ਤੋਂ ਥੱਲੇ ਤਾਈਂ ਮੈਂ ਗੁਹਾਰ ਲਾਈ ਕਿ ਠੀਕ ਹੈ ਜੇ ਤੁਸੀਂ ਲਾਣਾ ਹੀ ਚਾਹੁੰਦੇ ਹੋ ਫਿਰ ਇਹਨੂੰ ਪਾਸ ਨਾ ਕਰੋ, ਇਹਨੂੰ ਸਿਲੈਕਟ ਕਮੇਟੀ 'ਚ ਭੇਜ ਦਿਓ, ਜਿੱਥੇ ਕਮੇਟੀ ਸਾਰੇ ਸਟੇਕ ਹੋਲਡਰਸ ਨੂੰ ਬੁਲਾ ਕੇ ਉਹਨਾਂ ਦੀ ਸ਼ੰਕਾਵਾਂ ਦੀ ਸੁਣਵਾਈ ਕਰੂਗੀ। ਭਾਵੇਂ ਹਰਿਆਣੇ ਦੇ ਹੋਣ, ਭਾਵੇਂ ਪੰਜਾਬ ਦੇ, ਭਾਵੇਂ ਯੂਪੀ, ਮਹਾਰਾਸ਼ਟਰ, ਜਿਹੜੇ ਕਿਸਾਨ ਨੂੰ ਕਿਸੇ ਨੂੰ ਹੈ ਕਿਸੇ ਨੂੰ ਨਹੀਂ ਸ਼ੰਕਾ ਹੈ, ਜਿਹਨੂੰ ਹੈ ਉਹਦੀ ਸੁਣਵਾਈ ਕਰੋ ਤਾਂ ਉਹਦਾ ਹੱਲ ਕਰ। ਤੁਹਾਡੇ ਤੇ ਤਾਂ ਇਹ ਸਵਾਲ ਉੱਠਿਆ ਕਿ ਤੁਸੀਂ ਤਾਂ ਆਪ ਐਬਸੈਂਟ ਹੋ ਗਏ ਉੱਥੋਂ। ਕੌਣ ਕਹਿੰਦਾ ਐਬਸੈਂਟ ਹੋ ਗਈ? ਮੈਂ ਉੱਪਰ ਆਪਣੇ ਦਫ਼ਤਰ 'ਚ ਬੈਠੀ ਹੋਈ ਸੀ ਪਾਰਲੀਮੈਂਟ ਦੇ ਵਿੱਚ। ਐਬਸੈਂਟ ਤਾਂ ਉਹ ਕਹਿਣਗੇ ਜਿਹੜੇ ਵਿੱਚ ਬੈਠੇ ਮੇਰੇ ਵਿਰੋਧੀ, ਜਿਨ੍ਹਾਂ ਨੇ ਕਹਿਣਾ ਹੈ। ਜੇ ਮੈਨੂੰ ਐਬਸੈਂਟ ਹੋਣਾ ਹੁੰਦਾ ਤਾਂ ਮੈਂ ਉਸ ਦਿਨ ਐਬਸੈਂਟ ਹੁੰਦੀ ਜਦ ਅਸਤੀਫਾ ਦੇਣ ਦਾ ਸਮਾਂ ਆਇਆ ਸੀਗਾ। ਮੈਨੂੰ ਪਤਾ ਸੀ 3 ਬਿੱਲ ਨੇ। ਪਹਿਲੇ ਬਿੱਲ ਦਾ ਮੈਨੂੰ ਪਤਾ ਸੀ ਸੁਖਬੀਰ ਜੀ ਨੇ ਵਿਰੋਧ ਕਰਨਾ ਹੈਗਾ। ਵਿਰੋਧ ਕਰਕੇ ਮੈਂ ਚਾਹੁੰਦੀ ਸੀ ਕਿ ਇੱਕ ਵਾਰ ਫੇਰ ਮੈਂ ਪ੍ਰੈਸ਼ਰ ਬਣਾਵਾਂ ਕਿ ਮੈਨੂੰ ਵੀ ਵਿਰੋਧ ਕਰਨਾ ਪਊਗਾ। ਸੋ ਮੈਂ ਤਾਂ ਹਰੇਕ ਹੱਥਕੰਡਾ ਅਪਣਾ ਰਹੀ ਸੀ। ਲੇਕਿਨ ਜਦ ਕਲੀਅਰ ਹੋ ਗਿਆ ਕਿ ਨੰਬਰਸ ਦੇ ਬਹੁਮਤ ਦੇ ਨਾਲ ਬਿਨਾਂ ਕਿਸਾਨਾਂ ਦੀ ਸੁਣਵਾਈ ਕੀਤੇ ਇਹਨਾਂ ਨੇ ਇਸ ਬਿੱਲ ਨੂੰ ਪੁਸ਼ ਕਰਨਾ ਹੈ, ਫਿਰ ਇਸ ਪੰਜਾਬ ਦੀ ਧੀ ਦੇ ਕੋਲ ਕੱਲੇ 2 ਰਸਤੇ ਸੀਗੇ। ਜਾਂ ਮੈਂ ਇਹੋ ਜੀ ਸਰਕਾਰ ਦਾ ਹਿੱਸਾ ਬਣਾ ਜਿਹੜਾ ਇਹੋ ਜਿਹਾ ਕਾਨੂੰਨ ਲੈ ਕੇ ਆ ਰਿਹਾ, ਜਿਹੜੇ ਲੋਕਾਂ ਨੇ ਮੈਨੂੰ ਉੱਥੇ ਭੇਜਿਆ ਉਹ ਆਪਣੇ ਕਿਸਾਨ ਵਿਰੋਧੀ ਸਮਝ ਕੇ ਖੁਦਕੁਸ਼ੀਆਂ ਕਰ ਰਹੇ ਨੇ, ਜਾਂ ਫਿਰ ਮੈਂ ਇਹੋ ਜੀ ਸਰਕਾਰ ਨੂੰ ਛੱਡਾਂ ਤੇ ਇਸ ਸੰਘਰਸ਼ ਵਿੱਚ ਆਪਣੇ ਕਿਸਾਨਾਂ ਨਾਲ ਖੜ ਜਾ। ਮੇਰੇ ਸਾਹਮਣੇ ਰਸਤਾ ਬਿਲਕੁਲ ਸਾਫ਼ ਸੀ, ਮੇਰੀ ਜ਼ਮੀਰ ਦੀ ਆਵਾਜ਼ ਬਿਲਕੁਲ ਕਲੀਅਰ ਸੀ। ਸਿਰਫ ਮੈਂ ਜਾ ਕੇ ਆਪਣੇ ਜਿੰਨੇ ਸੀਨੀਅਰ ਸੀ ਸਾਰਿਆਂ ਨੂੰ ਸਾਫ਼ ਕਰਤਾ ਕਿ ਜੇ ਸਿਲੈਕਟ ਕਮੇਟੀ 'ਚ ਨਹੀਂ ਜਾਊਗਾ ਤੇ ਤੁਸੀਂ ਵੋਟ ਕਰੋਗੇ, ਮੈਂ ਇਹਦੇ ਵਿਰੋਧ ਵੋਟ ਕਰਾਂਗੀ, ਇਸਤੀਫਾ ਦੇ ਕੇ ਵੋਟ ਕਰਾਂਗੀ ਤੇ ਕਿਸਾਨਾਂ ਨਾਲ ਖੜਾਂਗੀ। ਇਹ ਮੇਰਾ ਫਰਜ਼ ਬਣਦਾ ਸੀ, ਇਹ ਮੈਂ ਸਾਫ਼ ਤੌਰ ਤੇ ਉਹਨਾਂ ਨੂੰ ਕਹਿ ਦਿੱਤਾ। ਤੇ ਉਹਦੇ ਬਾਅਦ ਸੁਖਬੀਰ ਜੀ ਦੇ ਉੱਤੇ ਜਦੋਂ ਬਾਹਰ ਆ ਕੇ ਪਹਿਲੇ ਦਿਨ ਬਿਆਨ ਦਿੰਦੇ ਆ ਕਿ ਮੈਂ ਅਗੇਂਸਟ ਵੋਟ ਪਾਉਣਾ, ਭਗਵੰਤ ਮਾਨ ਵੀ ਮਜ਼ਾਕ ਉਡਾਉਂਦੇ ਆ, ਸੋਸ਼ਲ ਮੀਡੀਆ ਤੇ ਆਮ ਆਦਮੀ ਵੀ ਮਜ਼ਾਕ ਉਡਾਉਂਦੀ ਹੈ ਕਿ VOTING ਤਾਂ ਕਿਸੇ ਤਰ੍ਹਾਂ ਦੀ ਹੋਈ ਨਹੀਂ, ਫਿਰ ਇਹ ਵੋਟ ਪਾਈ ਕਿਹਨੂੰ ਸੁਖਬੀਰ ਜੀ ਨੇ? ਮੈਨੂੰ ਇਹ ਹੱਸੀ ਆਉਂਦੀ ਹੈ, ਜਿਹੜੇ ਬੰਦੇ ਨੂੰ 6 ਸਾਲ ਹੋ ਗਏ, ਠੀਕ ਹੈ ਤੁਸੀਂ ਖਾ ਪੀ ਕੇ ਪਾਰਲੀਮੈਂਟ 'ਚ ਆਉਂਦੇ ਹੋ, ਸਾਰੇ ਪਾਰਲੀਮੈਂਟ 'ਚ ਤੁਹਾਡਾ ਮਜ਼ਾਕ ਉਡਦਾ ਹੈ, ਇੰਟਰ ਪਾਰਲੀਮੈਂਟਰੀ ਕਮੇਟੀ ਤੁਹਾਨੂੰ ਬੇਦਖਲ ਕਰਦੀ ਇੱਕ ਪੂਰੇ ਸੈਸ਼ਨ ਤੋਂ, ਕਿਉਂਕਿ ਜਿਸ ਨਸ਼ੇ ਦੇ ਹਾਲਾਤ 'ਚ ਤੁਸੀਂ ਆਉਂਦੇ ਹੋ। ਲੇਕਿਨ 6 ਸਾਲਾਂ 'ਚ ਜਿੱਥੇ ਰੋਜ਼ ਬਿੱਲ ਪਾਸ ਹੁੰਦੇ ਨੇ, ਕਿਸੇ ਅਨਾੜੀ ਨੂੰ ਵੀ ਪਤਾ ਹੋਊਗਾ ਕਿ ਬਿੱਲ ਪਾਸ ਹੋਣ ਵਾਸਤੇ ਵੋਟ ਤਾਂ ਹੁੰਦੀ ਹੈ, ਜਾਂ ਵੌਇਸ ਵੋਟ ਹੁੰਦੀ ਹੈ, ਜਾਂ ਡਿਵੀਜ਼ਨ ਹੁੰਦੀ ਹੈ। ਜੇ ਕੋਈ ਡਿਵੀਜ਼ਨ ਮੰਗੂਗਾ ਤਾਂ ਡਿਵੀਜ਼ਨ ਹੋਗੀ, ਨਹੀਂ ਤਾਂ ਵੌਇਸ ਵੋਟ ਹੋਗੀ। ਲੇਕਿਨ ਸਰਦਾਰ ਸਾਹਿਬ ਸਮੇਤ ਕਾਂਗਰਸ ਦੇ ਐਮਪੀਆਂ ਦੇ ਨਾਲ ਤਾਂ ਵੌਇਸ ਵੋਟ ਤੋਂ ਪਹਿਲਾਂ ਹੀ ਬਾਹਰ ਤੁਰ ਗਏ। ਬਈ ਵੌਇਸ ਤੁਸੀਂ ਜੋੜ ਦੇ ਨਾਲ ਆਪਦੀ ਆਵਾਜ਼ ਚੱਕੋ, ਜਿਵੇਂ ਅਸੀਂ ਬੈਠ ਕੇ ਚੱਕੀ ਵਿਰੋਧ 'ਚ, ਭਾਵੇਂ 2 ਬੰਦੇ ਸੀ ਹੱਥ ਖੜਾ ਕਰਕੇ ਕਿਹਾ ਕਿ ਅਪੋਜ਼ ਕਰਦੇ ਆ, ਤੇ ਫਿਰ ਹੋਰ ਕੁਝ ਨਹੀਂ ਤਾਂ ਡਿਵੀਜ਼ਨ ਮੰਗ ਲਓ। ਡਿਵੀਜ਼ਨ ਤਾਂ ਬੰਦਾ ਮੰਗੂਗਾ ਤਾਂ ਹੀ ਸਰਕਾਰ ਕਰੂਗੀ ਨਾ। ਤਾਂ ਬਾਹਰ ਜਾ ਕੇ ਇਹਨਾਂ ਅਨਾੜੀ ਕਿ ਇੰਨਾ ਵੀ ਨਹੀਂ ਪਤਾ ਕਿ ਬਿਨਾਂ ਵੋਟ ਦੇ ਕੋਈ ਬਿੱਲ ਪਾਸ ਕਿਵੇਂ ਹੋ ਸਕਦਾ ਹੈ। ਤੁਸੀਂ ਰੋਜ਼ ਤੋਂ ਕੀ ਭਾਵ ਹੈ ਤੁਹਾਡਾ? ਤੁਸੀਂ ਕਿਹਾ ਕਿ ਖਾ ਕੇ ਤਾਂ ਹਰੇਕ ਬੰਦਾ ਹੀ ਜਾਂਦਾ। ਸ਼ਰਾਬ ਦੇ ਹਾਲਾਤ 'ਚ ਰੋਜ਼ ਉੱਥੇ ਡੱਕਿਆ ਹੋਇਆ ਪਹੁੰਚਦਾ, ਆਸ-ਪਾਸ ਬੈਠੇ ਸਾਰੇ ਬੰਦਿਆਂ ਨੇ ਕੰਪਲੇਨ ਸਪੀਕਰ ਨੂੰ ਕੀਤੀ ਹੈ, ਸਪੀਕਰ ਨੇ ਕਿੰਨੀ ਵਾਰੀ ਤਾੜਿਆ ਹੈਗਾ। ਕ੍ਰਾਸ ਪਾਰਟੀ ਕਮੇਟੀ ਨੇ ਬੈਠ ਕੇ ਪੂਰੇ ਇੱਕ ਸੈਸ਼ਨ ਵਾਸਤੇ ਇਹਨੂੰ ਬਾਹਰ ਕੀਤਾ। ਤੁਸੀਂ ਕਦੇ ਨੋਟਿਸ ਕੀਤਾ ਇਹੋ ਜਿਹਾ ਕੁਝ? ਕਿਉਂਕਿ ਆਪਣੀ ਮਾਂ ਦੀ ਸਹੁੰ ਜਿਸ ਸ਼ਖਸ ਨੇ ਖਾਧੀ ਹੈ ਉਹਦੇ ਤੇ ਭਰੋਸਾ ਤਾਂ ਕਰਨਾ ਪਊਗਾ ਕਿ ਉਹ ਨਹੀਂ ਸ਼ਰਾਬ ਪੀਂਦੇ। ਤੇ ਉਹ ਤਾਂ ਫਿਰ ਗੁਰਦੁਆਰਾ ਸਾਹਿਬ ਵੀ ਨਸ਼ੇ ਦੀ ਹਾਲਤ 'ਚ ਚਲੇਗਾ ਤੇ ਰੱਬ ਦੇ ਸਾਹਮਣੇ ਜਿਹੜਾ ਨਸ਼ੇੜੀ ਬਣ ਕੇ ਸ਼ਰਾਬੀ ਹਾਲਤ 'ਚ ਗੁਰਦੁਆਰਾ ਸਾਹਿਬ ਤੇ ਜਾ ਕੇ ਗੁਰੂ ਸਾਹਿਬ ਦੇ ਅੱਗੇ ਬਹਿ ਸਕਦਾ ਹੈ, ਤੇ ਮਾਂ ਕਿਹੜੀ ਚੀਜ਼ ਹੈ ਉਹਦੇ ਵਾਸਤੇ? ਨਸ਼ਾ ਟੈਸਟ ਕਰਾ ਲਓ। ਜੇ ਕੋਈ ਪਾਰਲੀਮੈਂਟ ਨੂੰ ਵੀ ਮੰਦਿਰ ਕਿਹਾ ਜਾਂਦਾ ਹੈ ਕਿ ਇਹ ਸਾਡਾ ਮੰਦਿਰ ਹੈ ਦੇਸ਼ ਦਾ, ਡੈਮੋਕ੍ਰੇਸੀ ਦਾ। ਇਹ ਤਾਂ ਕਲੀਅਰ ਹੈ ਕਿ ਉਹਨਾਂ ਦਾ ਮੰਦਿਰ ਕਿਹੜੀ ਬੋਤਲ 'ਚ ਰਹਿੰਦਾ ਹੈਗਾ, ਪਾਰਲੀਮੈਂਟ 'ਚ ਤਾਂ ਰਹਿੰਦਾ ਨਹੀਂ। ਮੈਨੂੰ ਇਹੋ ਜਿਹੇ ਬੰਦੇ ਬਾਰੇ ਕਿਉਂ ਬੁਲਵਾਉਂਦੇ ਹੋ? ਸੁਖਬੀਰ ਜੀ ਨਾਲ ਚਰਚਾ ਹੋਈ ਹੈ ਤਾਂ ਤੁਸੀਂ ਕਿਹਾ ਕਿ ਸਾਰਾ ਕੁਝ ਨਿੱਜੀ ਤੌਰ ਤੇ ਆਬਜ਼ਰਵ ਕੀਤਾ ਕਿ ਪਹਿਲੀ ਵਾਰ ਜਦੋਂ ਤੁਸੀਂ ਆਰਡੀਨੈਂਸ ਪੜ੍ਹੇ, ਇਹ ਪਾਰਟੀ ਦਾ ਫੈਸਲਾ ਸੀ ਜਾਂ ਤੁਹਾਡਾ ਨਿੱਜੀ ਫੈਸਲਾ ਸੀਗਾ ਕਿ ਤੁਸੀਂ ਅਸਤੀਫਾ ਦੇ ਦੇਣਾ? ਦੇਖੋ, ਮੇਰੀ ਜ਼ਮੀਰ ਦੀ ਆਵਾਜ਼ ਬਿਲਕੁਲ ਕਲੀਅਰ ਸੀ, ਲੇਕਿਨ ਕਿਉਂਕਿ ਮੈਂ ਉੱਥੇ ਜੇ ਪਹੁੰਚੀ ਹਾਂ ਆਪਣੇ ਬਲਬੂਤੇ 'ਚ ਨਹੀਂ ਪਹੁੰਚੀ, ਮੇਰੀ ਪਾਰਟੀ, ਮੇਰੇ ਵਰਕਰਸ, ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਉੱਥੇ ਤਾਈਂ ਪਹੁੰਚਾਇਆ ਹੈ। ਮੈਂ ਇੱਕ ਪਾਰਟੀ ਦੀ ਨੁਮਾਇੰਦਗੀ ਕਰਦੀ ਹਾਂ ਉੱਥੇ। ਸੋ ਜਿਹੜੇ ਮੇਰੇ ਫੈਸਲੇ ਹੁੰਦੇ ਉਹ ਮੈਂ ਆਪਣੇ ਮਨਮਰਜ਼ੀ ਦੇ ਨਾਲ ਨਹੀਂ ਲੈ ਸਕਦੀ। ਹਾਂ, ਮੈਂ ਆਪਣਾ ਸਟੈਂਡ ਬਿਲਕੁਲ ਕਲੀਅਰ ਕੀਤਾ। ਜੇ ਕੋਈ
ਲੀਡਰਸ਼ਿਪ ਸੀਗੀ ਜਿਹੜੀ ਸੋਚਦੀ ਸੀ ਕਿ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ, ਉਹਨਾਂ ਨੇ ਮੈਂ ਆਪਣੀ ਦਿਲ ਦੀ ਗੱਲ ਸਾਫ਼ ਤਰੀਕੇ ਦੇ ਨਾਲ ਮੈਂ ਕੀਤੀ ਕਿ ਮੇਰਾ ਜ਼ਮੀਰ ਨਹੀਂ ਮੰਨਦਾ। ਤੇ ਆਹੀ ਚੀਜ਼ ਮੈਂ ਆਪਣੇ ਭਾਈਵਾਲ ਪਾਰਟੀ ਦੇ ਲੋਕਾਂ ਦੇ ਸਾਹਮਣੇ ਵੀ ਕਹੀ ਕਿ ਜ਼ਮੀਰ ਦੀ ਆਵਾਜ਼ ਇੱਕ ਪਾਸੇ ਹੁੰਦੀ ਹੈ। ਤੇ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਮੇਰੇ ਪੂਰੇ ਪਰਿਵਾਰ ਨੇ ਮੈਨੂੰ ਸਪੋਰਟ ਕੀਤਾ ਤੇ ਤਕਰੀਬਨ ਸਾਰੀ ਹੀ ਲੀਡਰਸ਼ਿਪ ਨੇ ਵੀ ਮੇਰੇ ਇਸ ਫੈਸਲੇ 'ਚ ਸਪੋਰਟ ਕੀਤਾ। ਤੇ ਅੱਜ ਜੇ ਮੇਰੇ ਸਰਕਾਰ ਛੱਡਣ ਦੇ ਨਾਲ ਜਿਹੜੀ ਕਿਸਾਨਾਂ ਦੀ ਗੁਹਾਰ ਸੀ ਇੱਥੇ ਕੰਨਾਂ ਤਾਈਂ ਨਹੀਂ ਪਹੁੰਚ ਰਹੀ ਸੀ, ਅੱਜ ਮੇਰੇ ਅਸਤੀਫੇ ਦੇ ਨਾਲ ਜੇ ਕੇਂਦਰ ਬਿੰਦੂ ਬਣ ਕੇ ਦੂਜੀ ਪਾਰਟੀਆਂ ਦੇ ਸੁਰ ਨਾਲ ਜੁੜਨ ਦੇ ਨਾਲ ਅੱਜ ਪ੍ਰਧਾਨ ਮੰਤਰੀ ਜੀ ਵੀ MSP ਦੇ ਬਾਰੇ ਗੱਲ ਕਰ ਰਹੇ ਨੇ ਤੇ ਕ੍ਰਿਸ਼ੀ ਮੰਤਰੀ ਜੀ ਬਾਰ-ਬਾਰ ਸਾਰੀ ਗੱਲ ਕਹਿ ਰਹੇ ਨੇ। ਮੈਂ ਸਮਝਦੀ ਹਾਂ ਜੀ ਆਹ ਚੀਜ਼ਾਂ ਪਹਿਲੇ ਹੁੰਦੀਆਂ ਤੇ ਸ਼ਾਇਦ ਹਾਲਾਤ ਇਹੋ ਜਿਹੇ ਨਹੀਂ ਹੁੰਦੇ, ਲੇਕਿਨ ਕੋਈ ਗੱਲ ਨਹੀਂ, ਜੇ ਮੇਰੇ ਛੱਡਣ ਦੇ ਨਾਲ ਇਹ ਹਾਲਾਤ ਹੋਏ ਨੇ, ਅੱਜ ਵੀ ਮੈਂ ਬੇਨਤੀ ਕਰਦੀ ਹਾਂ ਕਿ ਅਜੇ ਵੀ ਰਾਜ ਸਭਾ ਵਿੱਚ ਆਣਾ ਹੈ, ਤੁਸੀਂ ਹੁਣ ਵੀ ਸਿਲੈਕਟ ਕਮੇਟੀ 'ਚ ਭੇਜ ਦਿਓ। ਆਪਣੇ ਚਲੋ ਗਲਤੀ ਨਾ ਕਹੋ, ਜੇ ਵੱਡਾ ਬੰਦਾ ਥੱਲੇ ਹੋ ਕੇ ਗਰੀਬ ਦੀ ਸੁਣ ਲੈਂਦਾ, ਇਹਦੇ ਨਾਲ ਤੁਹਾਡਾ ਬੜਪਨ ਵੱਧਦਾ ਹੈ, ਤੁਹਾਡਾ ਕੱਦ ਘਟਦਾ ਨਹੀਂ ਹੈਗਾ। ਮੈਂ ਅੱਜ ਵੀ ਆਸ ਰੱਖਦੀ ਹਾਂ ਕਿ ਜਿਨ੍ਹਾਂ ਦੇ ਭਲੇ ਵਾਸਤੇ ਬਿਹਤਰੀ ਵਾਸਤੇ ਅਸੀਂ ਬਿੱਲ ਲੈ ਕੇ ਆ ਰਹੇ ਹਾਂ, ਉਹਨਾਂ ਦਾ ਕੌਨਫੀਡੈਂਸ ਜਿੱਤੀਏ ਕਿ ਇਹਦੇ ਨਾਲ ਉਹਨਾਂ ਦਾ ਭਵਿੱਖ ਸੁਨਹਿਰਾ ਹੁੰਦਾ, ਨਾ ਕਿ ਉਹ ਇਸ ਖਿਲਾਫ ਖੁਦਕੁਸ਼ੀਆਂ ਕਰਨ। ਤੁਸੀਂ ਕਿਹਾ ਸਰਕਾਰ ਛੱਡਤੀ, ਸਰਕਾਰ ਕਿੱਥੇ ਛੱਡੀ ਹੈ? ਤੁਸੀਂ ਤਾਂ ਵਜ਼ਾਰਤ ਛੱਡੀ ਹੈ, ਸਰਕਾਰ ਦਾ ਤਾਂ ਅੱਜ ਵੀ ਹਿੱਸਾ ਹੋ ਤੁਸੀਂ। ਪਹਿਲਾ ਸਟੈਪ ਸੀਗਾ ਕਿ ਮੈਂ ਉਸ ਸਰਕਾਰ ਦਾ ਹਿੱਸਾ ਨਾ ਬਣਾ ਜਿਹੜੀ ਸਰਕਾਰ ਜਾਂ ਜਿਹੜੀ ਕੈਬਨਿਟਸ ਗਵਰਨਮੈਂਟ ਇਹ ਕਾਨੂੰਨ, ਕਾਲਾ ਕਾਨੂੰਨ ਜਿਹਨੂੰ ਸਾਡੇ ਕਿਸਾਨ ਕਹਿ ਰਹੇ ਨੇ, ਜਿਹਨੂੰ ਉਹ ਮਹਿਸੂਸ ਕਰ ਰਹੇ ਨੇ, ਉਹਨਾਂ ਦੀ ਸ਼ੰਕਾ ਦੂਰ ਕਰੇ ਹੋ ਕੋਈ ਇਹੋ ਜਿਹਾ ਕਾਲਾ ਕਾਨੂੰਨ ਘੱਟ ਤੋਂ ਘੱਟ ਮੇਰੇ ਉਸ ਦੇ ਵਿੱਚ ਹੁੰਦੇ ਹੋਏ ਨਾ ਹੋਏ। ਅਗਲਾ ਸਟੈਪ ਕੀ ਹੈਗਾ? ਇਹ ਮੇਰਾ ਫੈਸਲਾ ਨਹੀਂ ਹੈਗਾ, ਇਹ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਕੋਰ ਕਮੇਟੀ ਦਾ ਫੈਸਲਾ, ਜਿਹਦਾ ਹਿੱਸਾ ਮੈਂ ਨਹੀਂ ਹਾਂ। ਉਹ ਸੀਨੀਅਰ ਲੀਡਰਸ਼ਿਪ ਤੇ ਕੋਰ ਕਮੇਟੀ ਗ੍ਰਾਸ ਰੂਟ ਲੈਵਲ ਤੋਂ ਵਰਕਰ ਤੋਂ ਫੀਡਬੈਕ ਲੈ ਰਹੀ ਹੈ, ਉਹਦੇ ਬਾਅਦ ਉਹਨਾਂ ਦੀ ਮੀਟਿੰਗ ਹੋਗੀ ਤੇ ਉਹਦੇ ਬਾਅਦ ਅਗਲੀ ਕਾਰਵਾਈ ਹੋਗੀ। ਲੇਕਿਨ ਇਹ ਬਿਲਕੁਲ ਕਲੀਅਰ ਹੈਗਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਪਦ ਤੋਂ ਅਸਤੀਫਾ ਦੇ ਸਕਦਾ ਹੈ ਕਿਸਾਨਾਂ ਵਾਸਤੇ, ਤੇ ਇਹ ਕਲੀਅਰ ਹੈਗਾ ਕਿ ਸਾਡੇ ਵਾਸਤੇ ਸਭ ਤੋਂ ਉੱਚੇ ਦਰਜੇ 'ਚ ਸਾਡੇ ਕਿਸਾਨ ਜਿਹੜੇ ਪੰਜਾਬ ਦੀ ਜਿੰਦ ਜਾਨ ਹੈ, ਜਿਹੜੀ ਦੇਸ਼ ਦੀ ਰੀੜ ਦੀ ਹੱਡੀ ਨਹੀਂ ਲੇਕਿਨ ਪੰਜਾਬ ਦੀ ਤਾਂ ਪੂਰੀ ਇਕਨੋਮੀ, ਭਾਵੇਂ ਆਪੇ ਦੁਕਾਨਦਾਰ ਦੀ ਗੱਲ ਕਰੀਏ, ਵਪਾਰੀ ਦੀ ਕਰੀਏ, ਆੜਤੀ ਦੀ, ਮਜ਼ਦੂਰ, ਸਾਰਾ ਕੁਝ ਇਹਨਾਂ ਕਿਸਾਨਾਂ ਦੇ ਉੱਤੇ ਨਿਰਭਰ ਹੈ। ਜੇ ਇਹ ਕਿਸਾਨ ਖੁਸ਼ਹਾਲ ਹੈ ਤੇ ਪੰਜਾਬ ਖੁਸ਼ਹਾਲ ਹੈ, ਜੇ ਕਿਸਾਨ ਮਰਦਾ ਤਾਂ ਪੰਜਾਬ ਮਰਦਾ ਹੈ, ਤੇ ਪੰਜਾਬ ਮਰਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਕੁਝ ਰਹਿੰਦਾ ਹੀ ਨਹੀਂ ਹੈਗਾ, ਕਿਉਂਕਿ ਬਾਕੀ ਪਾਰਟੀਆਂ ਤਾਂ ਕਾਂਗਰਸ ਕਿਸੇ ਸੂਬੇ 'ਚ ਚਲੀ ਜਾਊਗੀ, ਆਮ ਆਦਮੀ ਦਿੱਲੀ ਚਲੀ ਜਾਓਗੇ, ਸ਼੍ਰੋਮਣੀ ਅਕਾਲੀ ਦਲ ਕਿੱਥੇ ਜਾਊਗੀ? ਸਾਡੀ ਤਾਂ ਹੋਂਦ ਪੰਜਾਬ ਦੇ ਨਾਲ ਜੁੜੀ ਹੋਈ ਹੈ। ਸੋ ਪੰਜਾਬ ਬੁਲੰਦ ਰਹੇ। ਤੁਹਾਡਾ ਤਾਂ ਵਰਕਰ ਵੀ ਕਹਿ ਰਿਹਾ, ਤੁਹਾਡੇ ਤਾਂ ਹੁਣ MLA ਵੀ ਕਹਿਣ ਲੱਗੇ ਨੇ, ਮਨਪ੍ਰੀਤ ਯਾਲੀ ਵੀ ਕਹਿ ਰਿਹਾ ਕਿ ਗਠਬੰਧਨ ਤੋੜ ਦੇਣਾ ਚਾਹੀਦਾ, ਅਸੀਂ ਭਾਜਪਾ ਨਾਲ ਨਹੀਂ ਰਹਿਣਾ। ਸੋ ਇਹ ਸਾਰੇ ਫੈਸਲੇ, ਜਿਵੇਂ ਮੈਂ ਕਿਹਾ, ਮੇਰਾ ਹਰਸਿਮਰਤ ਬਾਦਲ ਦਾ ਫੈਸਲਾ ਨਹੀਂ ਹੈ, ਇਹ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੈ। ਬਹੁਤ ਸੋਚ ਸਮਝ ਕੇ ਫੈਸਲਾ ਲਿੱਤਾ ਜਾਊਗਾ, ਹਰੇਕ ਪਹਿਲੂ ਨੂੰ ਰੱਖਦੇ ਹੋਏ, ਕਿਉਂਕਿ ਇਸ ਗੱਲ ਨੂੰ ਨਕਾਰਾ ਨਹੀਂ ਜਾ ਸਕਦਾ ਕਿ 3 ਦਹਾਕੇ ਪਹਿਲੇ ਜਦ ਵਾਜਪਾਈ ਸਾਹਿਬ ਤੇ ਬਾਦਲ ਸਾਹਿਬ ਨੇ ਗਠਬੰਧਨ ਕੀਤਾ ਸੀ, ਪੰਜਾਬ ਇੱਕ ਬੇਹੱਦ ਕਾਲੇ ਦੌਰ ਤੋਂ ਗੁਜ਼ਰਿਆ ਸੀਗਾ। ਬਾਰਡਰ ਪਾਰ ਵੈਸੇ ਦੁਸ਼ਮਣਾਂ ਨੇ ਪੰਜਾਬ ਦੇ ਹਾਲਾਤ ਵਿਗਾੜਨ ਵਾਸਤੇ ਨਾ ਉਸ ਸਮੇਂ ਕੁਝ ਕਸਰ ਛੱਡੀ ਤੇ ਨਾ ਹੀ ਅੱਜ ਕੁਝ ਬਦਲਿਆ ਹੈਗਾ। ਉਹਨਾਂ ਨੂੰ ਤਾਂ ਕੇਵਲ ਮੌਕੇ ਦਾ ਤਲਾਸ਼ ਹੈ। ਉਹਨਾਂ ਕਾਲੇ ਦਿਨਾਂ 'ਚ ਬਾਦਲ ਸਾਹਿਬ ਨੇ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ, ਅਮਨ ਸ਼ਾਂਤੀ ਨੂੰ ਪੰਜਾਬ ਵਿੱਚ ਲਾ ਕੇ ਬਰਕਰਾਰ ਰੱਖਣ ਵਾਸਤੇ ਇਹਨਾਂ ਸਾਰੇ 30 ਸਾਲਾਂ 'ਚ ਆਪਣੀ ਪੂਰੀ ਜੀ ਜਾਨ ਲਗਾ ਦਿੱਤੀ ਹੈ। ਤੇ ਅੱਜ ਵੀ ਲੋੜ ਹੈ, ਕਿਉਂਕਿ ਦੇਸ਼ ਦਾ ਦੁਸ਼ਮਣ ਅਜੇ ਵੀ ਉਸ ਮਨਸੂਬਿਆਂ ਦੇ ਨਾਲ ਖੜਿਆ ਹੋਇਆ ਹੈਗਾ ਸਾਡੇ ਬਾਰਡਰ ਪਾਰ। ਇਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਹੀ ਪੰਜਾਬ ਦੀ ਤਰੱਕੀ ਜੁੜੀ ਹੋਈ ਹੈ। ਸੋ ਜਿੰਨੀ ਅਹਿਮੀਅਤ ਇਹ ਚੀਜ਼ ਰੱਖਦੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਨਾ ਇਹਨੂੰ ਪਹਿਲੇ ਨਕਾਰਿਆ ਤੇ ਨਾ ਅੱਜ ਨਕਾਰ ਸਕਦਾ ਹੈ। ਲੇਕਿਨ ਇਸ ਤੋਂ ਵੀ ਜ਼ਰੂਰੀ ਆ ਹੈ ਕਿ ਜਿੱਥੇ ਪੰਜਾਬ ਦੀ ਜਿੰਦ ਜਾਨ ਸਾਡੇ ਕਿਸਾਨਾਂ ਦੀ ਗੱਲ ਹੈ, ਅਸੀਂ ਇਹਨਾਂ ਤੋਂ ਕਦੇ ਮੂੰਹ ਮੋੜ ਨਹੀਂ ਸਕਦੇ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਬੈਲੈਂਸ ਰੱਖਦੇ ਹੋਏ ਕਿਸਾਨਾਂ ਨੂੰ ਆਪਣਾ ਹੱਕ ਦਿਲਵਾਈਏ, ਲੇਕਿਨ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ। ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲੈ ਕੇ ਪੰਜਾਬ ਨੂੰ ਅੱਗੇ ਵਧਾਈਏ। ਇਹ ਰਸਤਾ ਸ਼੍ਰੋਮਣੀ ਅਕਾਲੀ ਦਲ ਨੇ ਲੱਭਣਾ, ਕਿਉਂਕਿ ਦੂਜਿਆਂ ਨੇ ਤਾਂ ਸਿਰਫ ਸਿਆਸੀ ਪਾਪੜ ਸੇਕਨੇ ਨੇ, ਭੰਬਲ ਭੂਸੇ 'ਚ ਲੋਕਾਂ ਨੂੰ ਪਾ ਕੇ ਗੁੰਮਰਾਹ ਕਰਕੇ ਆਪਦੀ ਸਿਆਸਤ ਖੇਡਦੀ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਭਾਵੇਂ ਹਾਰੇ ਭਾਵੇਂ ਜਿੱਤੇ, 100 ਸਾਲਾਂ ਤੋਂ ਉਹ ਕੀਤਾ ਜਿਹੜਾ ਪੰਜਾਬ ਦੇ ਭਲੇ ਵਾਸਤੇ ਸੀਗਾ। ਜਦ 10 ਸਾਲ ਮੌਕਾ ਕੀਤਾ, ਡਟ ਕੇ ਪੰਜਾਬ ਦੇ ਭਲੇ ਵਾਸਤੇ ਕੀਤਾ। ਹਾਂ,
ਲੱਖਾਂ ਗਲਤੀਆਂ ਹੋ ਗਈਆਂ ਹੋਣਗੀਆਂ, ਜਿਹੜਾ ਬੰਦਾ ਕੰਮ ਕਰਦਾ ਉਸ ਤੋਂ ਗਲਤੀ ਹੁੰਦੀ ਹੈ, ਜਿਹੜੇ ਫਾਰਮ ਹਾਊਸ 'ਚ ਬੈਠ ਕੇ 4 ਸਾਲ ਦਫ਼ਤਰ ਨਹੀਂ ਜਾਂਦਾ ਸ਼ਾਇਦ ਉਸ ਤੋਂ ਘੱਟ ਹੀ ਗਲਤੀਆਂ ਹੁੰਦੀਆਂ ਹੋਣਗੀਆਂ। ਜੇ ਬੰਦਾ ਕੰਮ ਹੀ ਨਾ ਕਰੇ ਤਾਂ ਗਲਤੀ ਕੀ ਕਰੂ। ਉਹ ਤਾਂ ਕਹਿੰਦੇ ਟੂ ਲਿਟਲ ਟੂ ਲੇਟ, ਕੈਪਟਨ ਸਾਹਿਬ ਕਹਿੰਦੇ ਆ। ਕੈਪਟਨ ਸਾਹਿਬ ਕੀ ਕਹਿੰਦੇ ਨੇ ਕਿਹਨੂੰ, ਪਰ ਜਿਹੜਾ ਗੁਟਕਾ ਸਾਹਿਬ ਦੀ ਝੂਠੀ, ਜਿਹੜਾ ਰੱਬ ਦੀ ਝੂਠੀ ਸੌਖ ਸ਼ਰੇਆਮ ਬੇਸ਼ਰਮੀ ਦੇ ਨਾਲ ਖਾ ਸਕਦਾ ਹੈ ਤੇ ਕੁਰਸੀ ਦੇ ਨਾਲ ਚਿਮੜਾ ਰਹਿ ਸਕਦਾ ਹੈ, ਜਿਹੜਾ ਬੰਦਾ 84 'ਚ ਦਰਬਾਰ ਸਾਹਿਬ ਦੇ ਹਮਲੇ ਕਰਕੇ ਕਾਂਗਰਸ ਨੂੰ ਛੱਡਦਾ ਹੈ ਤੇ ਕੁਰਸੀ ਦੇ ਲਾਲਚ ਵਿੱਚ ਫਿਰ ਉਸ ਕਾਂਗਰਸ ਦੀ ਗੋਦੀ ਜਾ ਬੈਂਦਾ ਹੈ, ਜਿਹੜਾ ਬੰਦਾ ਅੱਜ ਦੀ ਤਾਰੀਖ ਵਿੱਚ ਵੀ ਇਸ ਮੈਨੀਫੈਸਟੋ 'ਚ ਜਿਹੜਾ 2017 'ਚ ਕਿਹਾ ਸੀ ਆ ਤਿੰਨੋਂ ਚੀਜ਼ਾਂ ਪੰਜਾਬ 'ਚ 2017 'ਚ ਲਾਗੂ ਕੀਤੀਆਂ ਹੋਈਆਂ ਨੇ, ਅੱਜ ਤਾਈਂ ਨਹੀਂ ਰੱਦ ਕੀਤਾ, ਜਿਹੜਾ ਸੈਂਟਰਲ ਮੈਨੀਫੈਸਟੋ ਹੈਗਾ 2019 ਦਾ ਉਹਦੇ ਵਿੱਚ ਵੀ ਕਾਂਗਰਸ ਨੇ ਵਾਅਦਾ ਕੀਤਾ ਹੈ, ਜਿਹੜਾ ਮੁੱਖ ਮੰਤਰੀ ਇੰਟਰ ਸਟੇਟ ਮੀਟਿੰਗਾਂ 'ਚ ਉੱਥੇ ਜਾ ਕੇ ਆਪਣੀ ਸਹਿਮਤੀ ਦੇ ਕੇ ਆਏ, ਜਿਵੇਂ ਮੰਤਰੀ ਨੇ ਕਿਹਾ, ਜਿਹੜਾ 2-2.5 ਸਾਲ ਇਹਦੀ ਭਾਫ ਨਹੀਂ ਕੱਢੀ, ਇਹਦਾ ਵਿਰੋਧ ਨਹੀਂ ਕੀਤਾ, ਤੇ ਅੱਜ ਕਿਹੜਾ ਡਰਾਮਾ ਖੇਡ ਰਿਹਾ ਜੇ ਤੁਹਾਡੇ ਬੰਦੇ ਉੱਥੇ ਜਾ ਕੇ ਵਿਰੋਧ ਕਰ ਰਹੇ ਨੇ, ਕਾਲੇ ਕੱਪੜੇ ਪਾ ਕੇ ਵੋਟਾਂ ਦੇ ਸਮੇਂ ਬਾਹਰ ਤੁਰ ਜਾਂਦੇ ਨੇ। ਇਸ ਬੰਦੇ ਦਾ ਮੈਂ ਜਵਾਬ ਦੇਵਾਂਗੀ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੈਪਟਨ ਸਾਹਿਬ ਮੈਨੂੰ ਕਹਿਣ, ਕੈਪਟਨ ਸਾਹਿਬ ਟੂ ਲਿਟਲ ਕੀਤਾ ਹੋਇਆ, ਟੂ ਲੇਟ ਕੀਤਾ, ਮੈਂ ਕੁਝ ਕੀਤਾ ਤਾਂ ਸਹੀ, ਤੁਸੀਂ ਦੱਸੋ, ਤੁਸੀਂ ਸ਼ਬਦਾਂ ਦੇ ਇਲਾਵਾ ਕਰਕੇ ਤਾਂ ਕੁਝ ਦੇ, ਕੁਰਸੀ ਛੱਡੋਗੇ, ਆਪ ਦੇ ਐਮਪੀਆਂ ਤੋਂ ਇਸਤੀਫਾ ਦਿਲਾਓ, ਤੁਸੀਂ ਕੀ ਕਰੋਗੇ, ਕਰਕੇ ਦਿਖਾ ਦਿਓ। ਪੰਜਾਬ ਦੀ ਜਨਤਾ 4 ਸਾਲਾਂ ਤੋਂ ਵੇਟ ਕਰ ਰਹੀ ਹੈ। ਤੁਸੀਂ ਅਸਤੀਫਾ ਡਿਮਾਂਡ ਕਰ ਰਹੇ ਹੋ ਕੈਪਟਨ ਸਾਹਿਬ ਦਾ ਇਸ ਬੇਸਿਸ ਤੇ? ਮੈਨੂੰ ਲੱਗਦਾ ਜੇ ਤੁਸੀਂ VOTING ਲਓ ਸਾਰਾ ਪੰਜਾਬ ਇਹਦਾ ਇਸਤੀਫਾ ਮੰਗ, ਤੁਸੀਂ ਮੈਨੂੰ ਦੱਸੋ ਕਿਹੜਾ ਵਰਗ ਇਸ ਤੋਂ ਦੁਖੀ ਨਹੀਂ ਹੈ। ਇਹਨੇ ਵੱਡੇ ਸਾਰੇ ਮੈਨੀਫੈਸਟੋ ਤੋਂ ਕੱਲੇ ਇਹ ਆਰਡੀਨੈਂਸ ਦੀ ਜਿਹੜੀ ਚੀਜ਼ਾਂ ਜਿਹੜੀ ਪੂਰੀ ਕੀਤੀਆਂ ਨੇ, ਕੋਈ ਹੋਰ ਚੀਜ਼ ਪੂਰੀ ਕੀਤੀ ਹੈ? 90,000 ਕਰੋੜ ਕਿਸਾਨ ਦਾ ਕਰਜ਼ਾ ਜੇ ਮਾਫ ਹੋ ਗਿਆ ਹੁੰਦਾ ਨਾ, ਤੇ ਜੇ ਮੇਰੇ ਘਰ ਦੇ ਮੂਹਰੇ 12 ਲੱਖ ਕਰਜ਼ੇ ਦੇ ਨਾਲ ਜਿਹਨੇ ਖੁਦਕੁਸ਼ੀ ਕੀਤੀ ਹੈ, ਇਹ ਕੈਪਟਨ ਸਾਹਿਬ ਦੇ ਸਿਰੇ ਦੀ ਖੁਦਕੁਸ਼ੀ ਹੈ, ਜਿਹਨੇ ਕਰਜ਼ਾ ਮਾਫੀ ਦਾ ਵਾਅਦਾ ਇੱਕ ਕਿਸਾਨ ਨੂੰ, ਹਜ਼ਾਰਾਂ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਿੱਤੀਆਂ। ਗੁਟਕਾ ਸਾਹਿਬ ਦੀ ਸੌ ਖਾ ਕੇ ਨਸ਼ਾ ਖਤਮ ਕਰ ਦਾਂਗਾ, ਓਵਰਡੋਜ਼ ਦੇ ਨਾਲ ਕਿੰਨੇ ਬੱਚੇ ਮਰ ਗਏ ਨੇ, ਘਰ ਘਰ ਨੌਕਰੀ, ਇੱਕ ਨੌਜਵਾਨ ਖੜਾ ਕਰ ਦੋ ਜਿਹਨੂੰ ਨੌਕਰੀ ਮਿਲੇ, ਪੰਜਾਬ ਨੂੰ ਕਿੱਥੇ ਲੈ ਗਏ ਨੇ। ਇੱਕ ਮੈਨੂੰ ਤੁਸੀਂ ਵਿਕਾਸ ਦਾ ਕੰਮ 4 ਸਾਲਾਂ 'ਚ ਇਹਨਾਂ ਦੇ ਰੋਕਣ ਦੇ ਬਾਵਜੂਦ, ਰੋੜੇ ਅਟਕਾਉਣ ਦੇ ਬਾਵਜੂਦ, ਮੈਂ ਇੱਕ ਏਮਸ ਦਾ ਹਸਪਤਾਲ ਜੇ ਮੈਂ ਖੜਾ ਕਰ ਸਕਦੀ ਹਾਂ ਤੇ ਕੈਪਟਨ ਸਾਹਿਬ ਤਾਂ ਕਿੰਨਾ ਕੁਝ ਕਰ ਸਕਦੇ। ਕਹਿੰਦੇ ਖਜ਼ਾਨਾ ਖਾਲੀ, ਬਿਜਲੀ ਦੇ ਬਿੱਲਾਂ ਦੇ ਨਾਲ ਲੋਕਾਂ ਦੇ ਨੱਕ 'ਚ ਦਮ ਕਰਤਾ। ਉਹ ਕਹਿੰਦੇ ਤੁਸੀਂ ਛੱਡ ਕੇ ਹੀ ਕੁਝ ਨਹੀਂ ਗਏ ਪਿੱਛੇ ਪਿਛਲੀ ਸਰਕਾਰ ਦੇ ਵਿੱਚ, ਤੇ ਅਸੀਂ ਕਰੀਏ ਕੀ? ਸੋ ਜਦ ਸਾਡੀ ਸਰਕਾਰ 2007 'ਚ ਆਈ ਸੀ ਤਾਂ ਖਜ਼ਾਨੇ ਨੂੰ ਤਾਂ ਉਹ ਵੀ ਲੁੱਟ ਕੇ ਚਲੇ ਗਏ ਸੀ ਕੈਪਟਨ ਸਾਹਿਬ, ਲੇਕਿਨ ਉਸ ਖਜ਼ਾਨੇ 'ਚ ਮਿਹਨਤ ਕਰਕੇ ਅਸੀਂ ਆਮਦਨ ਵਧਾਈ, ਬਿਜਲੀ ਨੂੰ ਸਰਪਲਸ ਕੀਤਾ, ਸੜਕਾਂ ਤੇ ਜਾਲ ਵਿਛਾਏ, ਪੂਰਾ ਇੱਕ ਪਿੰਡ ਨੂੰ, ਇੱਕ ਸ਼ਹਿਰ ਨੂੰ ਜਿਸ ਤਰ੍ਹਾਂ ਦੇ ਪੈਸੇ ਅੱਜ ਤੱਕ ਕਮਾਈ ਕੀਤੀ ਨਾ, ਇਹ ਤਾਂ ਜਿਹੜਾ ਇਨਕਮ ਸੋਰਸ ਹੁੰਦਾ ਹੈ। ਸ਼ਰਾਬ ਦੇ ਠੇਕੇ ਦੇਖ ਲਓ, ਲੁੱਟ ਕੇ ਨਜਾਇਜ਼ ਸ਼ਰਾਬ ਦੇ ਨਾਲ ਆਪਦੀ ਜੇਬ ਭਰ ਰਹੇ ਨੇ, ਰੇਤਾ ਬਜਰੀ ਦੇ ਨਾਲ ਆਪਦੀ ਜੇਬ ਭਰ ਰਹੇ ਨੇ। ਜਿਹੜੀ ਸਕਾਲਰਸ਼ਿਪ, ਗਰੀਬ ਦੀ ਸਕਾਲਰਸ਼ਿਪ ਵੀ ਨਹੀਂ ਛੱਡੀ, ਉਹ ਵੀ ਛੱਕ ਗਏ ਤੁਸੀਂ। ਗਰੀਬ ਬੱਚਿਆਂ ਦੀ, ਉਹਨਾਂ ਦੀ ਪੜ੍ਹਾਈ ਰੁਕ ਗਈ ਹੈ, ਲੇਕਿਨ ਬੇਸ਼ਰਮ ਉਹਨਾਂ ਵੀ ਨਹੀਂ ਛੱਡਿਆ, ਕਿਸੇ ਦੀ ਪੈਨਸ਼ਨ ਸ਼ਗਨ ਨਹੀਂ ਛੱਡੀ। ਇੱਥੇ ਛੱਡੋ ਕੇਂਦਰ ਦਾ ਭੇਜਿਆ ਹੋਇਆ ਅੰਨ ਇਸ ਕੋਵਿਡ ਦੇ ਸਮੇਂ 'ਚ, ਉਹ ਵੀ ਛੱਕ ਗਏ। ਮਤਲਬ ਮੈਂ ਕਹਿੰਦੀ ਲਾਨਤ ਹੈ ਕਿ ਤੁਸੀਂ ਇਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇਈ ਜਾਂਦੇ ਹੋ। ਕੁਛ ਸ਼ਰਮ, ਕੁਛ ਇੰਨੀ ਜੀ ਵੀ ਸ਼ਰਮ ਹੁੰਦੀ ਤੇ ਆਪਣੇ ਆਯਾਸ਼ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਤੋਂ ਮਾਫੀ ਮੰਗਦੇ ਹੁੰਦੇ। ਅੱਜ ਮੈਂ ਦੁਬਾਰਾ ਖੇਤੀ ਆਰਡੀਨੈਂਸ ਵੱਲ ਆਖਰ ਦੇ ਵਿੱਚ ਆਉਣਾ, ਤੁਸੀਂ ਇਹਨੂੰ ਕੰਪਲੀਟਲੀ ਰੱਦ ਕਰਨਾ ਚਾਹੁੰਦੇ ਹੋ ਜਾਂ ਫਿਰ ਅਮੈਂਡਮੈਂਟਸ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਇਹ ਆ ਜਾਣਾ ਚਾਹੀਦਾ ਹੈ? ਮੈਂ ਸਮਝਦੀ ਹਾਂ ਕਿਸਾਨੀ ਜਥੇਬੰਦੀ ਕਿਸੇ ਵੀ ਸੂਬੇ ਦੇ ਹੋਣ, ਜੇ ਯੂਪੀ ਦੇ ਕਿਸੇ ਇਲਾਕੇ ਦੇ ਹੋਣ, ਮਹਾਰਾਸ਼ਟਰ ਦੇ ਹੋਣ, ਮੇਰੇ ਰਾਜਸਥਾਨ ਦੇ ਹੋਣ, ਹਰਿਆਣੇ ਦੇ ਹੋਣ, ਪੰਜਾਬ ਦੇ ਹੋਣ, ਪੂਰੇ ਦੇਸ਼ 'ਚ, ਹਾਲਾਂਕਿ ਤੁਸੀਂ ਪਾਰਲੀਮੈਂਟ 'ਚ ਸੁਣਿਆ ਤਕਰੀਬਨ ਸਾਰੀ ਪਾਰਟੀਆਂ ਨੇ ਵਿਰੋਧ ਕੀਤਾ, ਕਿਉਂਕਿ ਕਿਤੇ ਨਾ ਕਿਤੇ ਕਿਸੇ ਸਮੱਸਿਆ ਨੂੰ ਲੈ ਕੇ ਵਿਰੋਧ ਹੈਗਾ। ਜਿਹਦਾ ਵੀ ਵਿਰੋਧ ਹੈਗਾ ਤੁਸੀਂ ਉਹਨਾਂ ਦੀ ਸੁਣਵਾਈ ਕਰੋ। ਹੁਣ ਜਿਵੇਂ ਇੱਕ ਉਹਦੇ ਵਿੱਚ ਪੁਆਇੰਟ ਜਦ ਮੈਂ ਪੜ੍ਹ ਰਹੀ ਸੀਗੀ ਕਿ ਜਦ ਕੰਟਰੈਕਟ ਫਾਰਮਿੰਗ ਵੱਡੇ ਪੂੰਜੀਪਤੀਆਂ ਦੇ ਨਾਲ ਕੰਟਰੈਕਟ ਹੋਊਗਾ ਤੇ ਜੇ ਕੋਈ ਉਹਦੇ ਵਿੱਚ ਮਤਭੇਦ ਹੋਣਗੇ ਤੇ ਦੋਨੋਂ ਜਣੇ ਦੋ ਪੰਚਾਂ ਨੂੰ ਲੈ ਕੇ, 2 ਪੰਚ ਉਹਨਾਂ ਕਿਸਾਨ ਦੇ, 2 ਪੰਚ ਪੂੰਜੀਪਤੀ ਦੇ, ਤੇ ਤੁਸੀਂ ਸਮਝੌਤਾ ਕਰ ਲਓ। ਜੇ ਨਹੀਂ ਹੋਗਾ ਤਾਂ ਫਿਰ SDM ਕਰੂਗਾ। ਸਾਡੇ ਦੇਸ਼ 'ਚ ਕਈ ਇੰਨੇ ਪਿੰਡ ਹੈ ਜਿੱਥੇ ਤਾਂ ਸੜਕ ਨਾਮ ਦੀ ਚੀਜ਼ ਦੂਰ, ਬੱਸ ਨਾਮ ਦੀ ਚੀਜ਼, ਉਹ ਸੜਕ ਵੀ ਨਹੀਂ ਹੈਗਾ। ਹੁਣ ਉੱਥੇ ਕਿਸੇ ਨੇ ਕੰਟਰੈਕਟ ਕਰਿਆ, ਉਹ ਵਿਚਾਰਾ ਗਰੀਬ ਕਿਸਾਨ ਕਿਹੜੇ 2 ਪੰਚਾਂ ਨੂੰ ਲੈ ਕੇ ਕਿਹੜੇ ਸ਼ਹਿਰ 'ਚ ਪਹੁੰਚੂਗਾ SDM ਨੂੰ ਲੱਭਦਾ ਹੋਇਆ ਕਿ ਉਹਦੇ ਇਹ ਔਕਾਤ, ਇਹ ਹਾਲਾਤ ਹੈਗੇ। ਮੈਂ ਪੰਜਾਬ ਦੀ ਗੱਲ ਨਹੀਂ ਕਰ ਰਹੀ, ਇੱਥੇ ਤਾਂ ਪਹੁੰਚ ਜਾਣਗੇ ਮੋਟਰਸਾਈਕਲ 'ਚ ਬੈਠ ਕੇ, ਅਦਾਲਤ ਨਹੀਂ ਜਾ ਸਕਦਾ ਕਿਸਾਨ। ਉਹ ਤਾਂ ਅਗਲੀ ਚੀਜ਼ ਮੈਂ ਤਾਂ ਕਹਿ ਰਹੀ, ਉਹ ਤਾਂ ਕਹਿ ਰਹੇ ਨਾ ਅਦਾਲਤ ਵਾਲੀ ਤਾਂ ਅਸੀਂ ਸੌਖਾ ਕਰਤਾ, ਅਦਾਲਤ ਚਾਹੇ ਗੱਲ ਹੀ ਨਾ ਜਾਏ, ਅਸੀਂ ਇਹ ਕਹਿੰਦੇ ਜਿਨ੍ਹਾਂ ਨੇ ਬਿੱਲ ਬਣਾਇਆ ਅਫਸਰ ਕਹਿੰਦੇ ਨੇ
ਮੈਂ ਕਹਿੰਦੀ ਜਿੱਥੇ ਕੋਈ ਬੱਸ ਨਹੀਂ ਜਾਂਦੀ, ਕੋਈ ਸੜਕ ਨਹੀਂ, ਉਹ ਕਿੱਥੇ ਐਸਡੀਐਮ ਨੂੰ ਲੱਭਦਾ ਫਿਰੂਗਾ ਕਿ ਉਹਦੇ ਕੋਲ ਇੰਨੇ ਪੈਸੇ ਹੈਗੇ ਕਿ ਤੂੰ ਨਾਲ ਦੇ ਸ਼ਹਿਰ 'ਚ ਜਾ। ਸੋ ਹਰੇਕ ਇਹ ਇਸ਼ੂ ਕਈ ਸ਼ਹਿਰਾਂ 'ਚ ਹੈਗੇ, ਮੇਰੇ ਸ਼ਹਿਰ 'ਚ ਹੋ ਰਿਹਾ ਕਿ ਜੀ ਵੱਡੇ ਵੱਡੇ ਪੂੰਜੀਪਤੀ ਆਣਗੇ, ਆਪਣੀ ਪ੍ਰਾਈਵੇਟ ਮੰਡੀਆਂ ਖੋਲਣਗੇ, ਉਹਨਾਂ ਮੰਡੀਆਂ 'ਚ ਕੋਈ ਟੈਕਸ ਨਹੀਂ ਲੱਗੂਗਾ, ਸੋ ਕਿਸਾਨ ਨੂੰ ਵੱਧ ਪੈਸੇ ਦੇ ਕੇ ਉੱਥੇ ਆਕਰਸ਼ਿਤ ਕਰ ਲੈਣਗੇ। ਤੇ ਜਦ ਇੱਥੇ ਸਰਕਾਰੀ ਮੰਡੀਆਂ 'ਚ ਕਿਸਾਨ ਜਾਣ ਤੋਂ ਹਟ ਜਾਣਗੇ ਕਿਉਂਕਿ ਉੱਥੇ ਚੰਗੇ ਪੈਸੇ ਮਿਲਦੇ ਨੇ, ਇੱਥੇ ਕੋਈ ਇਨਕਮ ਨਹੀਂ ਰਹੂਗੀ, ਸਰਕਾਰੀ ਢਾਂਚਾ ਸਭ ਜਦ ਖਤਮ ਹੋ ਜਾਊਗਾ, ਫਿਰ ਪੂਰੇ ਜਦ ਉਹਨਾਂ ਦੇ ਵੱਸ 'ਚ ਹੋ ਜਾਣਗੇ, ਫਿਰ ਉਹਨਾਂ ਦਾ ਸ਼ੋਸ਼ਣ ਕਰਨਗੇ, ਉਹਨੂੰ ਐਕਸਪਲੋਇਟ ਕਰਨਗੇ। ਤੇ ਆਉਣ ਵਾਲੇ ਸਮੇਂ 'ਚ ਕਿਸਾਨ ਨਹੀਂ ਲੇਕਿਨ ਇੱਕ ਆਪਣੇ ਮਜ਼ਦੂਰ ਬਣ ਕੇ ਆਪਣੇ, ਇਹ ਇਹਨਾਂ ਦੀ ਸ਼ੰਕਾ ਹੈਗੀ। ਕਿਸੇ ਦੀ ਸ਼ੰਕਾ ਹੈ ਕਿ ਐਮਐਸਪੀ, ਮਤਲਬ ਜੋ ਵੀ ਸ਼ੰਕਾ ਹੋਏ, ਜਿਹਦੇ ਵੱਲ ਬਿੱਲ ਬਣਾਇਆ ਹੈ ਉਹਦੀ ਸ਼ੰਕਾ ਨੂੰ ਦੂਰ ਕਰਨਾ, ਮੇਰੀ ਸ਼ੰਕਾ ਨੂੰ ਦੂਰ ਨਹੀਂ ਕਰਨਾ। ਤੁਹਾਨੂੰ ਲੱਗਦਾ ਸਰਕਾਰ ਦੀ ਸਿਹਤ ਤੇ ਪ੍ਰਧਾਨ ਮੰਤਰੀ ਦੀ ਸਿਹਤ ਤੇ ਕੋਈ ਅਸਰ ਪਿਆ ਤੁਹਾਡੇ ਅਸਤੀਫੇ ਨਾਲ? ਕਿਉਂਕਿ ਪਾਸ ਤਾਂ ਹੋ ਰਹੇ ਆ ਆਰਡੀਨੈਂਸਸ, ਕਾਨੂੰਨ ਬਣ ਜਾਣਾ ਹੈ। ਦੇਖੋ ਸਿਹਤ ਤੇ ਅਸਰ ਪਿਆ ਨਹੀਂ ਪਿਆ, ਮੈਂ ਆ ਜ਼ਰੂਰ ਕਹਿ ਸਕਦੀ ਹਾਂ ਕੇਂਦਰ ਬਿੰਦੂ ਜ਼ਰੂਰ ਬਣਿਆ ਜਿੱਥੇ ਸਾਰੀ ਪਾਰਟੀਆਂ ਨੇ ਇਹਦਾ ਹੁਣ ਵਿਰੋਧ ਕੀਤਾ ਹੈਗਾ। ਉਸ ਵਿਰੋਧ ਦੇ ਕਾਰਨ ਕੱਲ ਪ੍ਰਧਾਨ ਮੰਤਰੀ ਜੀ ਨੇ ਐਮਐਸਪੀ ਦੀ ਵਿਸ਼ਵਾਸ ਦਿਲਾਇਆ, ਜਿਹੜਾ ਮੈਂ ਕਹਿੰਦੀ ਸੀ ਪਹਿਲੇ ਤੁਸੀਂ ਗੱਲ, ਉਹਨਾਂ ਨੇ ਵੀ ਵਿਸ਼ਵਾਸ ਦਿਲਾਇਆ। ਅੱਜ ਕ੍ਰਿਸ਼ੀ ਮੰਤਰੀ ਜੀ ਹਰੇਕ ਚੈਨਲ 'ਚ ਜਾ ਰਹੇ ਨੇ। ਹੁਣ ਮੈਂ ਆਸ ਕਰਦੀ ਹਾਂ ਕਿ ਅਗਲਾ ਸਟੈਪ ਜਿਹੜਾ ਮੈਂ ਸ਼ੁਰੂ ਤੋਂ ਕਹਿ ਰਹੀ ਸੀ ਕਿ ਉਹਨਾਂ ਵਿਚਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਨੂੰ ਵੀ ਠੰਡਕ ਦਿਓ, ਉਹਨਾਂ ਦੇ ਵਿਸ਼ਵਾਸ ਤੇ ਪੂਰਾ ਉਤਰੋ, ਤੇ ਪੂਰਾ ਉਤਰੋਗੇ ਤੁਹਾਨੂੰ ਅਸੀਸਾਂ ਦੇਣਗੇ। ਜੇ ਤੁਸੀਂ ਧੱਕਾ ਕਰੋਗੇ ਉਹਨਾਂ ਨਾਲ ਤਾਂ ਅੰਦੋਲਨ ਕਰਨਗੇ ਕਿ ਇਹ ਦੇਸ਼ ਦੇ ਹਾਲਾਤ ਹੈਗੇ। 25 ਤਰੀਕ ਨੂੰ ਕਿਸਾਨ ਸੜਕਾਂ ਤੇ ਆ ਰਿਹਾ ਹੈ, ਰੇਲ ਰੋਕੋ ਅੰਦੋਲਨ ਹੈ, ਕੀ ਅਕਾਲੀ ਦਲ ਉਹਨਾਂ ਦਾ ਸਾਥ ਦੇਊਗਾ? ਅਕਾਲੀ ਦਲ ਬਿਲਕੁਲ ਸਾਥ ਦੇਊਗਾ, ਲੇਕਿਨ ਵੱਡੀ ਗੱਲ ਆ ਹੈਗੀ ਕਿ ਕੋਵਿਡ ਦੀ ਮਹਾਮਾਰੀ ਆਪ ਦੀ ਜਾਨ ਨੂੰ ਖਤਰੇ 'ਚ ਪਾ ਕੇ ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਇਹਨਾਂ ਦੇ ਇਹ ਹਾਲਾਤ ਪੈਦਾ ਕਰ ਦਈਏ। ਆਪਣੇ ਅਰਥ ਵਿਵਸਥਾ ਨੂੰ ਦੇਖੀਏ, ਕੋਵਿਡ ਦੀ ਲੜਾਈ ਡਟ ਕੇ ਲੜੀਏ, ਕਿਸੇ ਵਿਚਾਰੇ ਦੀ ਜਾਨ ਬਚਾਈਏ, ਬਾਰਡਰ ਨੂੰ ਸਿਕਿਉਰ ਰੱਖੀਏ ਕਿ ਕਿਸਾਨ ਦੇ ਵਿੱਚ ਅੱਗ ਲਾ ਕੇ ਉੱਥੇ ਵੀ ਇੱਕ ਅੰਦੋਲਨ ਖੜਾ ਕਰ ਦਈਏ। ਮੇਰਾ ਤਾਂ ਆਹੀ ਸਵਾਲ ਸੀਗਾ ਕਿ ਆਪਾਂ ਕਿਉਂ ਕਰ ਰਹੇ ਹਾਂ ਜਦ ਆਪਾਂ ਰੋਕ ਸਕਦੇ ਹਾਂ। ਤਾਂ ਲੇਕਿਨ ਮੇਰੀ ਲੱਖ ਕੋਸ਼ਿਸ਼ਾਂ ਦੇ ਨਾਲ ਜਿੱਥੇ ਮੈਂ ਕਿਸਾਨਾਂ ਤੋਂ ਮੈਂ ਮਾਫੀ ਮੰਗਦੀ ਹਾਂ ਕਿਉਂਕਿ ਇਹਨਾਂ 6 ਸਾਲਾਂ 'ਚ ਤਨਦੇਹੀ ਦੇ ਨਾਲ ਮੇਰੀ ਆਦਤ ਨਹੀਂ ਹੈ ਕਿ ਅੱਗੇ ਹੋ ਕੇ ਮੈਂ ਦੱਸਾਂ ਮੈਂ ਆਹ ਕੀਤਾ ਮੈਂ ਉਹ ਕੀਤਾ, ਕਿਉਂਕਿ ਜਿੰਨਾ ਬੰਦਾ ਅੱਗੇ ਹੁੰਦਾ ਉਹਨੇ ਦੁਸ਼ਮਣ ਵੱਧ ਪੈਦਾ ਹੁੰਦੇ ਨੇ। ਮੈਨੂੰ ਇਹ ਸੇਵਾ ਮਿਲੀ ਹੈ ਤੇ ਮੈਂ ਇਸ ਏਮ ਦੇ ਨਾਲ ਸੇਵਾ ਕੀਤੀ ਹੈ ਕਿ ਸਮੱਸਿਆ ਹੱਲ ਹੋਏ, ਮਕਸਦ ਅਚੀਵ ਹੋਏ। ਜੇ 84 ਦੇ ਕਾਤਲਾਂ ਦੇ ਖਿਲਾਫ ਕੇਸ ਖੋਲੇ ਗਏ, ਮੈਨੂੰ ਡਮਰੂ ਵਜਾ ਕੇ ਦੱਸਣ ਦੀ ਲੋੜ ਨਹੀਂ ਸੀ ਕਿ ਪਿੱਛੇ ਮੈਂ ਕੀ ਕੁਝ ਕੰਮ ਕੀਤਾ। ਮੇਰੇ ਵਾਸਤੇ ਆਹੀ ਬਹੁਤ ਸੀ ਕਿ ਸਾਡੇ ਇਨਸਾਫ ਸਾਡੇ ਵਾਸਤੇ ਸ਼ੁਰੂ ਹੋਇਆ ਹੈ। ਜੇ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਮੰਗੀ ਤੇ ਡਮਰੂ ਵਜਾ ਕੇ ਦੱਸਣ ਦੀ ਲੋੜ ਨਹੀਂ ਸੀ ਕਿ ਮੇਰੇ ਹੀ ਘਰ 'ਚ ਸਵੇਰੇ ਜਿਹੜੀ ਕੈਬਨਿਟ ਹੋਈ ਸੀ ਤੇ ਸ਼ਾਮ ਨੂੰ ਪ੍ਰਧਾਨ ਮੰਤਰੀ ਜੀ ਆਏ ਸੀ, ਉਸ ਕੈਬਨਿਟ 'ਚ ਹੀ ਸਾਡੀ ਇਹ ਮੰਗ ਪਾਸ ਕੀਤੀ ਕਿਉਂਕਿ ਕਿੰਨੇ ਸਾਲਾਂ ਤੋਂ ਅਸੀਂ ਇਹ ਮੰਗ ਉਹਨਾਂ ਦੇ ਸਾਹਮਣੇ ਰੱਖ ਕੇ ਬਾਰ-ਬਾਰ ਮੰਗ ਰਹੇ ਸੀ ਕਿ 550 ਸਾਲਾਂ ਤੋਂ ਪਹਿਲੇ ਪ੍ਰਧਾਨ ਮੰਤਰੀ ਜੀ ਕਰ ਦਿਓ। ਇਹ ਮੇਰੇ ਫਰਜ਼ ਬੰਦੇ ਸੀਗੇ। ਇਹਨਾਂ ਸਾਰੀ ਚੀਜ਼ਾਂ ਜਿਹੜੀ ਵੀ ਮੈਂ ਕੀਤੀ ਹੈਗੀ ਆਪਣਾ ਫਰਜ਼ ਸਮਝ ਕੇ ਕੀਤਾ ਹੈ। ਕੋਈ ਲੋਕਾਂ ਦੇ ਅੱਖਾਂ 'ਚ ਕ੍ਰੈਡਿਟ ਨਹੀਂ, ਮੈਂ ਰੱਬ ਦੇ ਘਰ 'ਚ ਕ੍ਰੈਡਿਟ ਲੈਣਾ ਚਾਹੁੰਦੀ ਹਾਂ। ਮੇਰਾ ਇੱਕੋ ਹੀ ਨਿਸ਼ਾਨਾ ਹੈਗਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ, ਜਦ ਉਹ ਮੇਰੇ ਵੱਲ ਹੋ ਗਿਆ ਤਾਂ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਲੇਕਿਨ ਹਾਂ, ਜਿਨ੍ਹਾਂ ਨੇ ਮੈਨੂੰ ਇੱਥੇ ਭੇਜਿਆ ਹੈ ਉਹਨਾਂ ਦੇ ਨਾਲ ਵਫਾਦਾਰੀ, ਉਹਨਾਂ ਦੀ ਆਵਾਜ਼ ਬਣਾ, ਉਹਨਾਂ ਦਾ ਸਾਥ ਦਵਾ, ਭਾਵੇਂ ਉਹਨਾਂ ਦੀ ਤਕਲੀਫ ਨੂੰ ਮੈਂ ਸਮਝ ਸਕਾਂ ਜਾਂ ਨਾ ਸਮਝ ਸਕਾਂ, ਸਮਝਣ ਦੀ ਕੋਸ਼ਿਸ਼ ਕਰਕੇ ਪਹੁੰਚਾਉਣ ਦੀ ਤਾਂ ਮੈਂ ਕੋਸ਼ਿਸ਼ ਕਰਾਂ। ਜੇ ਆ ਵੀ ਨਹੀਂ ਕਰ ਸਕਦੀ ਤਾਂ ਮੈਨੂੰ ਨਹੀਂ ਲੱਗਦਾ ਉੱਥੇ ਬੈਠੇ ਕਿਸੇ ਨੂੰ ਉੱਥੇ ਪਹੁੰਚਣ ਦਾ ਹੱਕ ਹੈ। ਆਖਰੀ ਸਵਾਲ ਹੈ ਮੇਰਾ, ਸ਼ਾਇਦ ਤੁਹਾਡੇ ਵੱਲ ਨਹੀਂ ਹੈਗੇ। ਮਨਪ੍ਰੀਤ ਬਾਦਲ ਦਾ ਬਿਆਨ ਆਉਂਦਾ ਕਿ ਹੁਣ ਸ਼ਾਇਦ ਅਗਲੇ ਜਨਮ ਦੇ ਵਿੱਚ ਵਜ਼ਾਰਤ ਮਿਲੂਗੀ ਹਰਸਿਮਰਤ ਬਾਦਲ ਨੂੰ। ਵਜ਼ਾਰਤ ਮੈਨੂੰ 70 ਸਾਲ ਮੈਨੂੰ ਲੱਗਦਾ ਦੇਸ਼ ਦੀ ਆਜ਼ਾਦੀ ਦੇ ਬਾਅਦ ਪਹਿਲੀ ਵਾਰੀ ਕੋਈ ਪੰਜਾਬ ਦੀ ਧੀ ਨੂੰ ਯੂਨੀਅਨ ਕੈਬਨਿਟ 'ਚ ਵਜ਼ਾਰਤ ਮਿਲੀ। ਜੇ 70 ਸਾਲ ਦੇ ਬਾਅਦ ਰੱਬ ਨੇ ਇਸ ਨਿਮਾਨੀ ਨੂੰ ਦੇਤਾ ਤੇ ਅਗਲੇ ਜਨਮ 'ਚ ਦੇਣਾ, ਅਗਲੇ 'ਚ ਦੇ ਦੇਣ, ਇਸ ਜਨਮ 'ਚ ਤਾਂ ਇਹ ਤਾਂ ਰੱਬ ਨਹੀਂ ਹੈ। ਲੇਕਿਨ ਮੈਨੂੰ ਇਸ ਗੱਲ ਦਾ ਮੈਨੂੰ ਖੁਸ਼ੀ ਹੈ ਕਿਉਂਕਿ ਜਿਵੇਂ ਇੱਕ ਬਹੁਤ ਵਧੀਆ ਕਹਾਵਤ ਹੈ ਕਿ ਹਰ ਨਜ਼ਰ में मुमकिन नहीं बेगुनाह होना, वादा ये करें कि खुद की नज़र में बेदाग होना। मैं खटकर कला जाके शहीदा दी मिट्टी दी सौ खा के कि ना कांग्रेस दे नाल ना अकालियां दे नाल पंजाब दी शान मान वधान वास्ते खड़ा करन वास्ते शहीदा दी मिट्टी दी सौ सू खा के इन्हां दी तरह मैं कदे झूठी सौ नहीं खादियां। ये चोन मैनीफेस्टो ये बनाया मनप्रीत बादल दा हैगा, झूठ दा पुलंदा, 4 साल खजाने दा मंत्री,
ਇੱਕ ਵਾਅਦਾ ਨਹੀਂ ਪੂਰਾ ਕਰ ਸਕਾਂ। ਇਹ ਝੂਠੇ ਬੰਦਿਆਂ ਦੇ ਮੇਰਾ ਮੁਕਾਬਲਾ ਤੁਸੀਂ ਕੀ ਕਰਦੇ ਹੋ? ਤੁਹਾਨੂੰ ਲੱਗਦਾ ਹੈ ਤੁਸੀਂ ਕੋਈ ਵਾਅਦਾ ਖਿਲਾਫੀ ਨਹੀਂ ਕੀਤੀ? ਸਾਡੀ ਜ਼ਮੀਰ ਜ਼ਿੰਦਾ ਹੈ, ਰੱਬ ਤੋਂ ਡਰ ਕੇ ਕੰਮ ਕਰਦੇ ਆ, ਵਫਾਦਾਰੀ ਲੋਕਾਂ ਦੇ ਨਾਲ ਰੱਖਦੇ ਆ। ਇਹਨਾਂ ਦੇ ਨਾਲ ਮੈਨੂੰ ਕਿਉਂ ਪੁੱਛਦੇ ਹੋ ਇਹਨਾਂ ਦੇ ਬਾਰੇ ਤੇ ਕੀ ਕਹਿੰਦੇ ਨੇ? ਮੇਰੇ ਖਲ 'ਚ ਇੰਨਾ ਜੀ ਵੀ ਮੈਨੂੰ ਫਰਕ। ਤੁਹਾਨੂੰ ਲੱਗਦਾ ਕੋਈ ਵਾਅਦਾ ਖਿਲਾਫੀ ਕਿਸਾਨ ਨਾਲ ਨਹੀਂ ਕੀਤੀ ਤੁਸੀਂ? ਨਹੀਂ, ਮੈਂ ਬਿਲਕੁਲ ਮੰਨਦੀ ਹਾਂ ਕਿ ਜਾਣੇ ਅਣਜਾਣੇ 'ਚ ਭੁੱਲਾਂ ਦੇ ਪੁਤਲੇ ਆ। ਬਹੁਤ ਸਾਰੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਖਾਸ ਤੌਰ ਤੇ ਜਦ ਤੁਸੀਂ ਸਿਆਸਤ 'ਚ ਹੁੰਦੇ, ਤੁਹਾਨੂੰ ਇੰਨੇ ਵੱਡੇ ਗਿਣਤੀ ਦੇ ਲੋਕਾਂ ਦੇ ਨਾਲ ਤੁਹਾਨੂੰ ਵਿਚਰਨਾ ਹੁੰਦਾ ਹੈ, ਜਿਹਨੂੰ ਹਰੇਕ ਨੂੰ ਕੋਈ ਨਾ ਕੋਈ ਤੁਹਾਡੇ ਤੋਂ ਆਸ ਉਮੀਦ ਹੁੰਦੀ ਹੈ। ਬਹੁਤ ਸਾਰੀ ਆਸਾਂ ਉਮੀਦਾਂ 'ਚ ਆਪਾਂ ਹੋ ਸਕਦਾ ਪੂਰੇ ਨਹੀਂ ਕਰ ਸਕੇ, ਲੇਕਿਨ ਇੱਕ ਚੀਜ਼ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੇ ਸਾਡੇ ਸਰਕਾਰ ਦੇ ਹੁੰਦੇ ਵੇਲੇ ਜੇ ਅਸੀਂ ਦੇਖੀਏ ਕਿ ਵਾਅਦੇ ਕੀ ਕੀਤੇ ਸੀ, ਜੇ 99% ਆਪਾਂ ਪੂਰੇ ਕੀਤੇ ਤੇ ਉਹਦੇ ਵਿੱਚੋਂ ਘੱਟ ਤੋਂ ਘੱਟ 15% ਇਹੋ ਜਿਹੇ ਹੋਣਗੇ ਜਿਹੜੇ ਆਪਾਂ ਵਾਅਦਾ ਵੀ ਨਹੀਂ ਕੀਤਾ ਸੀ ਲੇਕਿਨ ਫੇਰ ਵੀ ਕਰ ਦਿਖਾਇਆ। ਜੇ ਆਪਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਗੱਲ ਕਰੀਏ, ਅਸੀਂ ਕਿਸੇ ਮੈਨੀਫੈਸਟੋ 'ਚ ਨਹੀਂ ਲਿਖਿਆ ਸੀ ਜਿਹੜੇ ਧਾਰਮਿਕ ਸਥਾਨ 'ਚ ਜਾਣਾ ਤੁਹਾਡੇ ਦਰਸ਼ਨ ਦੀਦਾਰ ਕਰਾ ਦੇ। ਸੋ ਕਈ ਚੀਜ਼ਾਂ ਇਹੋ ਜਿਹੀ ਸੀਗੀਆਂ ਜਿਹੜੇ ਲਿਖੇ ਪਰ ਉਸ ਤੋਂ ਵੱਧ ਕਰ ਦਿਖਾਈਆਂ। ਸੋ ਮੈਂ ਆ ਜ਼ਰੂਰ ਕਹਿੰਦੀ ਆ ਭੁੱਲਾ ਟਿੱਲਾ ਬਹੁਤ ਹੋਈਆਂ, ਲੇਕਿਨ ਭੁੱਲਾ ਟਿੱਲਾ ਵੀ ਉਸ ਤੋਂ ਹੁੰਦੀਆਂ ਹੈ ਜਿਹਦੀ ਮਿਹਨਤ ਕਰਦਾ ਹੈ। ਜਿਹੜਾ ਕੁਝ ਕਰੇ ਨਹੀਂ ਉਹ ਭੁੱਲ ਕੀ ਕਰੂਗਾ? ਸੋ ਮੈਨੂੰ ਸਾਡਾ ਨਿਸ਼ਾਨਾ ਬਾਦਲ ਸਾਹਿਬ ਨੇ। ਅੱਜ ਵੀ ਤੁਸੀਂ ਪੰਜਾਬ 'ਚ ਮੈਨੂੰ ਦੱਸ ਦਿਓ ਪੰਜਾਬ ਦੇ ਇਤਿਹਾਸ 'ਚ ਕਿਹੜਾ ਮਿਹਨਤੀ ਇਹੋ ਜਿਹਾ ਮੁੱਖ ਮੰਤਰੀ ਹੋਇਆ? 93 ਸਾਲ ਦੀ ਉਮਰ ਹੋ ਗਈ, ਲੇਕਿਨ ਕੈਪਟਨ ਦੇ ਨਾਲ ਅੱਜ ਵੀ ਤੁਸੀਂ ਮੁਕਾਬਲਾ ਕਰ ਦਿਓ। ਬਾਦਲ ਸਾਹਿਬ ਪਿੰਡਾਂ 'ਚ ਤੇ ਇਹ ਕਿੱਥੇ ਫਾਰਮ ਹਾਊਸ ਦੀ ਰਾਜਨੀਤੀ। ਬਾਦਲ ਸਾਹਿਬ ਦਾ ਕੀ ਰਿਐਕਸ਼ਨ ਸੀ ਅਸਤੀਫੇ ਤੇ? ਵੱਡੇ ਬਾਦਲ ਸਾਹਿਬ ਨਾਲ ਗੱਲ ਹੋਈ ਤੁਹਾਡੀ? ਬਿਲਕੁਲ, ਬਾਦਲ ਸਾਹਿਬ ਨੇ ਬਿਲਕੁਲ ਇਸ ਗੱਲ ਦਾ ਸਵਾਗਤ ਕੀਤਾ ਤੇ ਮੈਂ ਕਹਿੰਦੀ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਕਿ ਜਿਹੜੀ ਰਾਜਨੀਤੀ ਉਹਨਾਂ ਨੇ ਤਿਆਗ ਦੀ ਕੀਤੀ ਹੈ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਤਿਆਗ ਦਾ ਇਤਿਹਾਸ ਹੈ, ਅਸੂਲਾਂ ਦੇ ਨਾਲ ਖੜਨ ਦਾ ਇਤਿਹਾਸ ਹੈ, ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਉਸ ਇਤਿਹਾਸ ਤੇ ਉਸ ਲੀਹਾਂ ਤੇ ਚੱਲ ਕੇ ਅੱਗੇ ਵਧ ਰਿਹਾ। ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ, ਗੱਲਬਾਤ ਕਰਨ ਵਾਸਤੇ। ਸੋ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।